ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨ ਘਾਓ। ਖੇਤ ਜੋ ਮੰਡਿਓ ਸੂਰਮਾ, ਅਬ ਜੂਜਨ ਕੋ ਦਾਓ। ਖੇਤ ਜੋ ਮੰਡਿਓ ਸੂਰਮਾ, ਅਬ ਜੂਜਨ ਕੋ ਦਾਓ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ हेत। पुरजा पुरजा कट मरै, कबहू न छड़ै खेत। पुरजा पुरजा कट मरै, कबहू न छड़ै खेत। चबर छतर तख्त मालक, साहिब श्री गुरु ग्रंथ साहिब महाराज सच्चे पातशाह जी दी पावन ते पवित्र हजूरी दे विच सुभाईमान गुरु प्यारिओ, आप बड़े धनता दे योग हो, सत्कारयोग हो। गुरु पातशाह दी बख्शिश किरपा सदका गुरबाणी साहिब श्री गुरु ग्रंथ साहिब महाराज जी की गोद विच बैठ के नौवें पातशाह धन गुरु तेग बहादुर महाराज जी के जीवन नाल सांझ पाउण दा सानूं सुभाग मिलिया। बड़े भाग ने। आओ जो आपां कल दी विचार सुनी सी, उस तो अगे विचार आरंभ करिए। विचार आरंभण तो पहला आपस विच फतेह बुलाउणी, प्रेम भावना सत्कार सहित सब ने बख्शिश करनी। आखिओ जी वाहिगुरू जी का खालसा, वाहिगुरू जी की फतेह। सतगुरु गुरु तेग बहादुर महाराज बाबा बकाले की धरती ते ने श्री गुरु हरकृष्ण साहिब महाराज जी ने जो अपने वल्लों सुनेहा वो बकाले की धरती वल घल दिता। संगतां बाबे बकाले की धरती ते आईयां। भाई मखण शाह लवाणा बड़ी तीखण बुद्धि का मालक आ, तो आपां कल सुनिया। अज थोड़ा जिहा पक्ष इत्थों लैना आपां भी उन्हां ने किवें गुरु पातशाह जी दी अपने वल्लों अपनी सोच गुरबाणी के प्रकाश विच परख कीती। परख के संबंधी आपां हवाला भी लैता भी दो गुलदस्तियां दा, एक असली है एक नकली है। राजन के दरबार विच नौजवान पेश होया ना, ते राजन ने दस दिता भी सज्जे हथ वाला असली है ते खब्बे वाला नकली है। कारण दसण दा कि सज्जे गुलदस्ते ते शहद दी मक्खी बैठी है, ते गुरु दे सिख दी जिहड़ी विचार आ सोच आ वो भी शहद दी मक्खी वर्गी होवे तां गुरु नूं परखण लग्गिया कोई बहुता वक्त नहीं लगेगा। अज साडी जिंदगी दे विच सब तो वड्डी कमजोरी यही है भी असीं गुरु नूं समझ नहीं सके, गुरु नूं परख नहीं सके। गुरु किरपा करे आपां गुरु नूं परख सकीए। गुरु साडा गुरु ग्रंथ साहिब है। जिवें मखण शाह लवाणे ने धन गुरु तेग बहादुर महाराज की परख की। हुण ये एक वपारी सिंह हैगा, इहदा वपार आ जिहड़ा बंगाल खाड़ी तक चलदा। काफ़ी गिणती विच इहदे जहाज़ दसे जाते हैं ते काफ़ी गिणती विच इहदे गड्डे भी दसे जाते हैं। गड्डे अजकल बड़े ट्राले। कुदरती सुभाग आ भी जदों बंदे ने अपना कारोबार आरंभना गा, अरदास बेनती करदा
ਸ਼ੁਕਰਾਨੇ ਦੀ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਸੁਖ ਸ਼ਾਂਤੀ ਮੰਗਦਾ, ਹਰ ਇੱਕ ਮਨੁੱਖੀ ਮੰਗਦਾ ਨਾ। ਅਰਦਾਸ ਬੇਨਤੀ ਹੁੰਦੀ ਆ ਤੇ ਆਪਣੇ ਵੱਲੋਂ ਦਸਵੰਧ ਆ ਜਿਹੜਾ ਉਹ ਵੀ ਆਉਂਦਾ, ਪਰ ਜਿਹੜਾ ਹੁੰਦਾ ਦਸਵੰਧ ਆਇਆਗਾ ਨਾਨਕ ਦੇ ਘਰ ਵਾਸਤੇ, ਉਹ ਥੋੜਾ ਜਿਹਾ ਦੇਣ ਦੇ ਲਈ ਮੁਸ਼ਕਲ ਬਣ ਗਈ, ਕਿਉਂਕਿ ਇੱਥੇ ਦਾਅਵੇਦਾਰ ਨੇ ਜਿਹੜੇ ਉਹ 22 ਮੰਜੀਆਂ ਲਾ ਕੇ ਬੈਠੇ ਨੇ। ਉਹਨਾਂ ਦੇ ਵਿੱਚੋਂ ਪਰਖ ਕਰਨੀ ਮੁਸ਼ਕਲ ਆ, ਪਰ ਫਿਰ ਵੀ ਗੁਰੂ ਦੇ ਸਿੱਖ ਨੇ ਆਪਣੀ ਤੀਖਣ ਬੁੱਧੀ ਦੇ ਅਨੁਸਾਰ ਪਰਖ ਕੀਤੀ ਹੈ, ਬੜੇ ਸੁਚੱਜੇ ਢੰਗ ਦੇ ਨਾਲ। ਹੁਣ ਇੱਥੇ ਮੰਨਿਆ ਜਾਂਦਾ ਵੀ ਉਹਨਾਂ ਨੇ ਆਪਣੇ ਵੱਲੋਂ 2-2 4-4 ਮੋਹਰਾਂ ਸਭ ਨੂੰ ਦੇਣੀਆਂ ਸ਼ੁਰੂ ਕੀਤੀਆਂ। ਪਰ ਸੋਚਣ ਵਾਲੀ ਗੱਲ ਹੈ ਵੀ ਕਿਸੇ ਨੂੰ ਕੁਝ ਵੰਡਣਾ ਹੋਵੇ, ਗਿਣਤੀ ਦੇ ਹੁਣ 22 25 23, ਮੰਨ ਲਓ ਜੀ 1 ਮਿੰਟ ਦੇ ਵਿੱਚ ਆਪਾਂ ਇੱਕ ਜਣੇ ਨੂੰ ਕੋਈ ਚੀਜ਼ ਦਿੰਨੇ ਆ ਨਾ, ਸਾਰਾ 20-25 ਮਿੰਟਾਂ ਦਾ ਖੇਲ ਆ। ਵੈਸੇ ਤਾਂ 20-25 ਮਿੰਟ ਵੀ ਬਹੁਤ ਜ਼ਿਆਦਾ, 5 ਮਿੰਟਾਂ ਦੀ ਕਹਾਣੀ ਆ ਕਿਸੇ ਦੇ ਹੱਥਾਂ ਤੇ ਕੁਝ ਧਰਨਾ। ਪਰ ਅਸਲੀਅਤ ਇਹ ਹੈ ਵੀ ਉਹਨਾਂ ਨੇ ਵਕਤ ਆ ਜਿਹੜਾ ਬਹੁਤ ਪਰਖ ਕੇ ਲਾਇਆ। ਅਸਲੀ ਕੌਣ ਹੈਗਾ? ਜਿੱਥੇ ਜਾ ਕੇ ਸ਼ਹਿਦ ਦੀ ਮੱਖੀ ਨੇ ਬੈਠਣਾ, ਉਹ ਗੁਲਾਬ ਦਾ ਫੁੱਲ ਕਿਹੜਾ ਗਾ? ਪਰ ਸਾਰਿਆਂ ਨੂੰ ਆਪਣੇ ਵੱਲੋਂ ਕੁਝ ਦਸਵੰਧ ਦੇ ਕੇ ਇੱਕ ਪਰਮਾਤਮਾ ਅੱਗੇ ਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਮੇਰੀ ਕਮਜ਼ੋਰੀ ਆ, ਮੇਰੀ ਅੱਖ ਤੈਨੂੰ ਪਰਖ ਨਹੀਂ ਸਕੀ, ਬਹੁਤ ਵੱਡਾ ਭੁਲੇਖਾ ਮੈਂ ਖਾ ਗਿਆ ਇੱਥੇ, ਪਰ ਮਿਹਰ ਕਰ, ਮੇਰੀ ਅੱਖ ਤੈਨੂੰ ਵੇਖ ਨਹੀਂ ਸਕਦੀ, ਮੇਰੀ ਕਮਜ਼ੋਰੀ ਆ, ਪਰ ਤੇਰੇ ਬਾਰੇ ਤਾਂ ਮੈਂ ਪੜ੍ਹਦਾ ਨਾ, ਘਟ ਘਟ ਕੇ ਅੰਤਰ ਕੀ ਜਾਣਤ, ਤੇਰੇ ਬਾਰੇ ਤਾਂ ਪੜ੍ਹਦਾ ਨਾ ਮੈਂ, ਬਿਨ ਬੋਲਿਆ ਸਭ ਕੁਝ ਜਾਣਦਾ, ਮੈਨੂੰ ਬੋਲਣ ਦੀ ਲੋੜ ਹੀ ਨਾ ਪਵੇ। ਤੇਰੇ ਬਾਰੇ ਤਾਂ ਪੜ੍ਹਦਾ ਨਾ, ਸਦ ਸੁਣਦਾ ਸਦ ਵੇਖਦਾ, ਕਿਰਪਾ ਕਰ ਤੂੰ ਮੈਨੂੰ ਆਪ ਹੀ ਖੁਦ ਵੇਖ ਲੈਣਾ, ਤੈਨੂੰ ਤਾਂ ਮੈਂ ਵੇਖ ਰਿਹਾ ਨਾ, ਤੂੰ ਆਵਾਜ਼ ਮਾਰ ਲੈ ਮੈਨੂੰ। ਬਸ ਅਰਦਾਸ ਹੋਈ, ਐਸੀ ਬਖਸ਼ਿਸ਼ ਹੋਈ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਮਲਾਪ ਹੋਇਆ। ਨਾਮ ਮਲਾਪ ਹੋਣ ਦਾ ਕਾਰਨ ਕਈ ਵਾਰ ਦੱਸਿਆ ਜਾਂਦਾ ਵੀ ਗੁਰੂ ਸਾਹਿਬ ਭੋਰੇ 'ਚ ਬੈਠੇ ਨੇ, ਪਰ ਸੱਚਾਈ ਆ ਵੀ ਗੁਰੂ ਸਾਹਿਬ ਦੀ ਜਿਹੜੀ ਡਿਊਟੀ ਆ ਨਾ 6ਵੇਂ ਪਾਤਸ਼ਾਹ ਵੱਲੋਂ ਲੱਗੀ, ਉਹ ਇਹ ਆ ਵੀ ਤੁਸੀਂ ਸੱਚ ਦਾ ਪ੍ਰਚਾਰ ਕਰਨਾ। ਗੁਰੂ ਸਾਹਿਬ ਇੰਨੇ ਕੰਮ ਦੇ ਵਿੱਚ ਲੀਨ ਨੇ, ਪ੍ਰਚਾਰ ਦੇ ਵਿੱਚ ਕਹਿ ਲਓ, ਆਪਣੇ ਕਾਰੋਬਾਰ ਵਿੱਚ ਕਹਿ ਲਓ, ਵੀ ਹੁਣ ਤੱਕ ਮਲਾਪ ਨਹੀਂ ਹੋਇਆ, ਪਰ ਅੱਜ ਐਸੀ ਬਖਸ਼ਿਸ਼ ਹੋਈ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨਾਲ ਮਲਾਪ ਹੋਇਆ। ਹੁਣ ਇਹਨੇ ਆਪਣੇ ਵੱਲੋਂ ਆਪਣੇ ਕੰਮ ਦੀ, ਆਪਣੇ ਜਹਾਜ਼ ਨੂੰ ਬੇੜਾ ਬਣੇ ਲੱਗਣ ਦੀ ਅਰਦਾਸ ਬੇਨਤੀ ਸ਼ੁਕਰਾਨੇ ਦੀ ਹੁੰਦੀ ਹੈ, ਤੇ ਦਸਵੰਧ ਭੇਟ ਕੀਤਾ। ਸੱਚਮੁੱਚ ਗੁਰੂ ਤੇਗ ਬਹਾਦਰ ਮਹਾਰਾਜ ਦੇ ਜੀਵਨ ਦੀ ਜਿਹੜੀ ਖੁਸ਼ਬੂ ਆ ਨਾ, ਉਹ ਮੱਖਣ ਸ਼ਾਹ ਲਵਾਣੇ ਦੇ ਰਗ ਰਗ ਵਿੱਚ ਫਿਰ ਗਈ। ਹੁਣ ਜਿਹੜੀ ਅਗਲੀ ਗੱਲ ਆ, ਮੱਖਣ ਸ਼ਾਹ ਲਵਾਣੇ ਤੋਂ ਰਿਹਾ ਨਾ ਗਿਆ। ਮੰਨ ਲਓ ਵੀ ਆਪਾਂ ਸਾਰੇ ਪਿਆਰ ਦੇ ਵਿੱਚ ਬੈਠੇ ਆ, ਆਪਣਾ ਪਿਆਰ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਆ। ਕੋਈ ਬੰਦਾ ਰਸਤੇ ਦੇ ਵਿੱਚ ਮਾੜਾ ਕੰਮ ਕਰੇ, ਆਪਾਂ ਨਹੀਂ ਰਹਿ ਸਕਾਂਗੇ। ਗੁਰੂ ਦਾ ਸ਼ਰੀਕ ਬਣ ਕੇ ਕੋਈ ਬੈਠੇ ਨਾ, ਅਸੀਂ ਉਹਨੂੰ ਟੋਕਾਂਗੇ ਵੀ ਤੇਰਾ ਗੱਲ ਜਿਹੜਾ ਜੀਵਨ ਆ ਨਾ, ਗੱਲ ਆ ਤੇਰੀ ਗਲਤ ਆ, ਬਿਲਕੁਲ ਆ। ਹੁਣ ਜੇ ਕੋਈ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਜ਼ਿੰਮੇਵਾਰੀ, ਗੱਦੀ, ਗੁਰਤਾ ਗੱਦੀ ਦੀ ਜਿਹੜੀ ਪੱਤਰਕਾਰ ਲੈਟਰ ਕਹਿ ਲਓ, ਉਹ ਸੁਨੇਹਾ ਆ ਚੁੱਕਿਆ ਗਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੰਬੰਧ ਵਿੱਚ, ਬਾਬਾ ਬਕਾਲੇ। ਹੁਣ ਬਾਬਾ ਭਾਵ ਗੁਰੂ ਆਪਾਂ ਕੱਲ ਸੁਣ ਲਿਆ ਸੀ ਵੀ ਉੱਥੇ ਆਗਾ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੱਲ ਉਂਗਲ ਹੋ ਗਈ ਦਿੱਲੀ ਦੇ ਵਿੱਚੋਂ, 8ਵੇਂ ਪਾਤਸ਼ਾਹ ਨੇ ਕਰਤੀ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਨਾ ਹੁਣ। ਪਰ ਇੱਥੇ ਆਪਾਂ ਨੂੰ ਪਤਾ 22 ਮੰਜੀਆਂ ਲਾ ਕੇ ਜਿਹੜੇ ਬੈਠੇ ਨੇਗੇ, ਉਹਨਾਂ 'ਚ ਲਾਹੌਰ ਦੇ ਸੋਢੀ ਵੀ ਆ, ਜੋ ਆਪਣੇ ਆਪ ਨੂੰ ਗੁਰੂ ਹੋਣ ਦਾ ਦਾਅਵਾ ਕਰਦੇ ਨੇ। ਅੰਮ੍ਰਿਤਸਰ ਦੇ ਮੀਣੇ ਵੀ ਆ, ਜੋ ਆਪਣੇ ਆਪ ਨੂੰ ਗੁਰੂ ਕਹਾਉਣ ਦਾ ਦਾਅਵਾ ਕਰਦੇ ਨੇ। ਇਹਦੇ ਵਿੱਚ ਸੂਰਜਮਲ ਦੀ ਸੰਤਾਨ ਵੀ ਆ, ਇਹਦੇ ਵਿੱਚ ਧੀਰ ਮੱਲੀਆਂ ਦੀ ਆ, ਦਾਅਵਾ ਕਰਦੇ ਆ ਨਾ। ਪਰ ਹੁਣ ਮੱਖਣ ਸ਼ਾਹ ਨੇ ਰੌਲਾ ਪਾਇਆ, ਕਹਿੰਦਾ ਮੈਂ ਹੀ ਨਹੀਂ ਰਹਾਂਗਾ, ਮੈਂ ਰੌਲਾ ਪਾਊਂਗਾ, ਜ਼ਰੂਰ ਪਾਊਂਗਾ ਵੀ ਸੰਗਤ ਜੀ ਆਹ ਕੱਚੇ ਨੇ ਤੇ ਆਹ ਪੱਕਾ। ਜਿਹੜਾ ਅਸਲੀ ਗੁਰੂ ਆ ਨਾ, ਜਿਹਨੇ ਬੇੜਾ ਬੰਨੇ ਲਾਉਣਾ, ਉਹ ਆਗਾ, ਇਹਦੇ ਨਾਲ ਜੁੜ ਜਾਓ।
ਹੁਣ ਮੱਖਣ ਸ਼ਾਹ ਨੇ ਆਪਣੇ ਵੱਲੋਂ ਰੌਲਾ ਪਾਇਆ। ਬਚਨ ਕੀ ਕਹੇ ਨੇਗੇ, ਗੁਰੂ ਲਾਧੋ ਰੇ। ਹੁਣ ਚੇਤਾ ਰੱਖਿਓ ਵੀ ਗੁਰੂ ਲਾਧੋ ਰੇ, ਇਹਦੇ ਵਿੱਚ ਬੋਲ ਨੇ ਸਿਰਫ ਇਹ 3 ਵਚਨ ਨੇਗੇ, ਗੁਰੂ ਲਾਧੋ ਰੇ। ਅੱਖਰ 5 ਨੇ ਲਗ ਮਾਤਰ ਲਾ ਕੇ, ਤੇ ਬੋਲ ਨੇ 3, ਗੁਰੂ ਆ, ਲਾਧੋ ਆ, ਰੇ ਆ। ਪਰ ਉਹਨਾਂ ਟਾਈਮਾਂ ਦੇ ਵਿੱਚ ਇਹ ਗੱਲ ਕਹਿਣੀ, ਭਾਈ ਵਿਰੋਧੀ ਧਿਰਾਂ ਦੇ ਬੰਦੇ ਬੈਠੇ ਨੇ, ਨੁਮਾਇੰਦੇ ਬੈਠੇ ਨੇ, ਆਪਣੇ ਆਪ ਨੂੰ ਗੁਰੂ ਕਹਾਉਣ ਵਾਲੇ ਬੈਠੇ ਨੇ, ਉਹਨਾਂ ਦੇ ਵਿੱਚ ਇਹ ਗੱਲ ਕਹਿਣੀ ਕੋਈ ਆਮ ਗੱਲ ਨਹੀਂ ਹੈ। ਬਹੁਤ ਵੱਡੀ ਗੱਲ ਆ, ਖਾਸ ਗੱਲ ਆ ਗਈ। ਕਾਫੀ ਲੰਬੇ ਟਾਈਮ ਤੋਂ ਪਰਖ ਕਰਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਤੇ ਹੁਣ ਉੱਚੇ ਥਾਂ ਤੇ ਚੜ੍ਹ ਕੇ, ਪਰ ਸਾਨੂੰ ਜਿਹੜੀ ਤਸਵੀਰ ਆ ਕੋਠੇ ਤੇ ਚੜ੍ਹ ਕੇ ਵਿਖਾਈ ਜਾਂਦੀ ਆ। ਕੋਠੇ ਤੇ ਚੜ੍ਹ ਕੇ ਮੱਖਣ ਸ਼ਾਹ ਜੀ ਨੇ ਆਪਣੇ ਵੱਲੋਂ ਰੌਲਾ ਪਾਇਆ, ਸੰਗਤ ਜੀ ਤੁਸੀਂ ਸਾਰੇ ਅਣਜਾਣ ਹੋ, ਆ ਬਿਨਾਂ ਵਜ੍ਹਾ ਤੋਂ ਬਿਨਾਂ ਗੱਲ ਤੋਂ ਤੁਸੀਂ ਇਹਨਾਂ ਨੂੰ ਮੰਨੀ ਬੈਠੇ ਹੋਗੇ, ਇਹ ਗੁਰੂ ਨਹੀਂ ਹਨ। ਗੁਰੂ ਅਸਲ ਆ ਗੁਰੂ ਤੇਗ ਬਹਾਦਰ ਮਹਾਰਾਜ। ਹੁਣ ਸੰਗਤ ਨੇ ਵਿਸ਼ਵਾਸ ਕਿਉਂ ਕੀਤਾ? ਕਿਉਂਕਿ ਉਸ ਟਾਈਮ ਤੇ ਧੀਰ ਮੱਲੀਆਂ ਕੋਲ ਜੋ ਹੁਣ ਤੱਕ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਵੱਲੋਂ ਛਪਵਾਈ ਹੋਈ ਲਿਖਵਾਈ ਹੋਈ ਬੀੜ ਆ ਨਾ, ਕਰਤਾਰਪੁਰੀ ਬੀੜ ਜਿਹੜੀ ਕਹੀ ਜਾਂਦੀ ਆ, ਉਹ ਇਹਨਾਂ ਕੋਲੇ ਆ। ਇਹਨਾਂ ਨੇ ਦਾਅਵਾ ਕਰ ਲਿਆ, ਦੇਖੋ ਸਾਡੇ ਕੋਲੇ ਬੀੜ ਆ। ਉਵੇਂ ਜਿਵੇਂ ਸੰਗਤ ਆਉਂਦੀ ਆ, ਉਵੇਂ ਜਿਵੇਂ ਅਸੀਂ ਆਸਣ ਲਾ ਕੇ ਬਹਿੰਦੇ ਆ, ਗੁਰੂ 8ਵੇਂ ਪਾਤਸ਼ਾਹ ਦਾ ਜੋਤੀ ਜੋਤ ਸਮਾ ਗਏ, ਸਾਡੇ ਕੋਲੇ ਸਾਰਾ ਕੁਝ, ਅਸੀਂ ਗੁਰੂ ਦੀ ਸੰਤਾਨ ਚੋਂ, ਅਸੀਂ ਗੁਰੂ ਦੇ ਪਰਿਵਾਰ ਚੋਂ ਆ। ਮਤਲਬ ਸੰਗਤ ਨੂੰ ਗੁੰਮਰਾਹ ਕਰ ਲਿਆ। ਤੇ ਅੱਜ ਮੱਖਣ ਸ਼ਾਹ ਨੇ ਇਹ ਗੱਲ ਦਾ ਪਰਦਾ ਫਾਸ਼ ਕਰ ਦਿੱਤਾ, ਸਾਰਿਆਂ ਨੂੰ ਦੱਸ ਦਿੱਤਾ, ਭਾਈ ਗੁਰੂ ਅਸਲ ਦੇ ਵਿੱਚ ਆ। ਪਰ ਉਸ ਟਾਈਮ ਤੇ ਹਾਲ ਕੀ ਹੋਇਆ ਸੀ ਉੱਥੋਂ ਦਾ, ਉਸ ਗੱਲ ਦਾ ਜ਼ਿਕਰ ਗਿਆਨੀ ਗਿਆਨ ਸਿੰਘ ਨੇ ਲਿਖਿਆ ਹੋਇਆ ਹੈਗਾ। ਵੈਸੇ ਉਹ ਲਫ਼ਜ਼ ਆ ਜਿਹੜਾ ਗਿਆਨੀ ਗਿਆਨ ਸਿੰਘ ਦਾ ਹੈਗਾ, ਉਹ ਸਾਡੇ ਸਮਾਜ ਵਿੱਚ ਇੱਕ ਪ੍ਰਚਲਿਤ ਬੋਲੀ ਆ। ਅੰਨੀ ਨੂੰ ਬੋਲਾ ਘੜੀਸੇ, ਆਪਾਂ ਵੀ ਕਹਿੰਦੇ ਨੇ ਨਾ, ਅੰਧੀ ਨੂੰ ਬੋਲਾ ਘੜੀਸੇ, ਨਾ ਕੁਝ ਸੁਣੇ ਤੇ ਨਾ ਕੁਝ ਦਿਸੇ। ਨਾ ਕੁਝ ਸੁਣਦਾ ਬੋਲੇ ਨੂੰ, ਨਾ ਅੰਨੇ ਨੂੰ ਦੀਂਦਾ ਗਾ। ਆਹ ਹਾਲਾਤ ਨੇ ਜਿਹੜੇ ਇਹ ਬਕਾਲੇ ਦੀ ਧਰਤੀ ਦੇ ਬਣ ਚੁੱਕੇ ਸੀ। ਇਹਨਾਂ ਹਾਲਾਤਾਂ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਾਰੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਬਾਬਾ ਬਕਾਲੇ ਦੀ ਧਰਤੀ ਵੱਲ ਇਸ਼ਾਰਾ ਕਰਕੇ ਗੁਰਤਾ ਗੱਦੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸੌਂਪ ਦਿੱਤੀ ਸੀ। ਤੇ ਇੱਥੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਵਿਰੋਧੀ ਧੀਰ ਮੱਲੀਏ, ਜਾਂ ਮਤਲਬ ਕਿ ਅਨੇਕਾਂ ਜਿਹੜੇ ਸੀਗੇ ਦਾਅਵੇਦਾਰ ਆਪੂ ਮਣੇ ਬਾਬੇ, ਇਹ ਬਣ ਗਏ। ਤੇ ਆਪਾਂ ਨੂੰ ਪਤਾ, ਧੀਰ ਮੱਲ ਨੇ ਸੀਹੇ ਮਸੰਦ ਨੂੰ ਆਪਣੇ ਵੱਲੋਂ ਪ੍ਰੇਰਿਤ ਕੀਤਾ ਵੀ ਤੂੰ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਜਾਨੋਂ ਮਾਰ ਦੇ। ਕਦੇ ਵਕਤ ਸੀ ਪਿੱਛੇ ਦਾ, ਇਹ ਧੀਰ ਮੱਲ ਦੀ ਹੀ ਖੂਨ ਚੋਂ ਮੰਨ ਲਓ ਪ੍ਰਿਥੀ ਚੰਦ, ਤੇ ਪ੍ਰਿਥੀ ਚੰਦ ਨੇ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਮਾਰਨ ਦੀ ਕੋਈ ਕਸਰ ਨਹੀਂ ਛੱਡੀ। ਉਹਨਾਂ ਨੇ ਵੀ ਬਹੁਤ ਵੱਡਾ ਆਪਣੇ ਵੱਲੋਂ ਉਪਰਾਲਾ ਕੀਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਖਤਮ ਕਰਨ ਦਾ। ਪਰ ਗੁਰਬਾਣੀ ਦਾ ਇੱਕ ਇੱਕ ਅੱਖਰ ਸੱਚਾ, ਜਿਸ ਕਾ ਸਾਹਿਬ ਡਾਢਾ ਹੋਏ ਤਿਸ ਕੋ ਮਾਰ ਸਕੈ ਨਾ ਕੋਏ। ਜਿਹਦਾ ਉਹ ਮਾਲਕ ਰਾਖਾ ਨਾ, ਉਹਨੂੰ ਕੋਈ ਵੀ ਨਹੀਂ ਮਾਰ ਸਕਦਾ। ਤੇ ਜਿਨਕੀ ਚੀਰੀ ਦਰਗਾਹ ਪਾਟੀ ਤਿੰਨਾ ਮਰਨਾ ਭਾਈ, ਜਿਵੇਂ ਕਿਸੇ ਦੀ ਉਹ ਪਰਮਾਤਮਾ ਵੱਲੋਂ ਆਵਾਜ਼ ਪਏਗੀ, ਉਹ ਬੰਦੇ ਨੇ ਚੱਲ ਜਾਣਾਗਾ। ਹੁਣ ਸੀਹੇ ਮਸੰਦ ਨੂੰ ਆਪਣੇ ਵੱਲੋਂ ਪ੍ਰੇਰਿਤ ਕੀਤਾ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇ ਇਹਨਾਂ ਨੇ ਗੋਲੀਆਂ ਚਲਾ ਦਿੱਤੀਆਂ। ਦੇਖੋ ਅੱਜ ਸਾਨੂੰ ਬਕਾਇਦਾ ਰਹਿਤ ਮਰਿਆਦਾ ਚ ਲਿਖਿਆ ਵੀ ਧੀਰ ਮੱਲੀਆਂ ਦੇ ਜਿਹੜੇ ਗੱਦੀ ਦੇ ਵਾਰਸ ਆ ਨਾ, ਚਾਹੇ ਕੋਈ ਨੇਗੇ, ਉਹਨਾਂ ਦੇ ਨਾਲ ਜਿਹੜਾ ਗੁਰੂ ਦਾ ਸਿੱਖ ਉਹ ਕਦੇ ਵੀ ਨਹੀਂ ਵਰਤੂਗਾ। ਹੁਣ ਸਾਡਾ ਇੱਥੇ ਸਵਾਲ ਉਹ ਵੀ ਕਿਉਂ ਨਹੀਂ ਵਰਤਣਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਦਾਅਵੇਦਾਰ ਤਾਂ ਉਹ ਵੀ ਕਹਾਉਂਦੇ ਆ ਨਾ, ਇਸ ਕਰਕੇ ਨਹੀਂ ਵਰਤਣਾ। ਉਹਨਾਂ ਨੇ ਸਾਡੇ ਬਾਪ ਤੇ ਗੋਲੀਆਂ ਚਲਾਈਆਂ ਨੇ। ਸਾਡੇ ਸਰੀਰਕ ਬਾਪ ਤੇ ਕੋਈ ਗੋਲੀ ਚਲਾਵੇ ਨਾ, ਬੋਲੇ, ਅਸੀਂ ਸਾਰੀ ਉਮਰ ਯਾਦ ਰੱਖਦੇ ਆ, ਨਹੀਂ ਇਹਦੇ ਨਾਲ ਨਹੀਂ ਮੈਂ ਬੋਲਣਾ। ਕਿਉਂਕਿ ਮੇਰੇ ਬਾਪ ਨੂੰ ਪੁੱਠਾ ਬੋਲਿਆ ਸੀ, ਇਹਨੇ ਮੇਰੇ ਬਾਪ ਤੇ ਥੱਪੜ ਮਾਰਿਆ ਸੀ, ਇਹਨੇ ਮੇਰੇ ਬਾਪ ਤੇ ਗੋਲੀਆਂ ਚਲਾਈਆਂ ਨੇ, ਮੈਂ ਕਿਉਂ ਬੋਲਾਂ ਭਾਈ? ਅਣਖ ਰੱਖਣੀ ਹੈਗੀ।
पर ठीक है भी जिन्हां ने जगत नूं लुटना उन्होंने तो अपने वालों भाई दावे करने हुंदे आ ना भी असीं आए आ, असीं वाहांगे, असीं जाऊँ। अज कल उन्हां कोले भूतां कढण दा ठेका लैता पिया गा, जिहड़ी उन्हां दी गद्दी चल रही आ, पर उन्हां दे नाल असीं वरतना नहीं है, बिल्कुल नहीं वरतना। साडा गुरु केवल ते गुरु ग्रंथ साहिब, चाहे वह रूप कोई देई जांदे ने, अज दुख तोड़न दे, भूतां कढण दे, कुछ मर्जी दुख देई जांदे ने, पर वो सब कुछ सानूं छड्डना पैणा गा। फिर असीं गुरु तेग बहादुर महाराज दे मक्खण शाह लवाणे वांगू ना सच्चे सिख कहा सकदे आ। जदों धन गुरु तेग बहादुर महाराज ते गोलियां चलातीआं ना, ते उस टाइम ते धन गुरु तेग बहादुर महाराज जी दा धीरज वेखो किन्ना अंदर, मतलब सहनशीलता, यरण शक्ति अंदरों किन्नी आ। की कहंदे ने, भले धीर मल भले जी। धीर मल कोई ना तेरा भला होवे, चंद्रिया तेरी सोच बड़ी माड़ी आ। फिर भी गुरु साहब ने भला ही मंगया, नानक नाम चढ़दी कला तेरे भाने सरबत, फिर भी भला मंगया। फिर की कहंदे ने, भले धीर मल भले धीरा, तेरा भला होवे कोई गल नहीं। पर जदों इस गल दा माता नानकी नूं पता लग्या ना, जानी कि 6वें पातशाह दी पत्नी धन गुरु तेग बहादुर महाराज जी दी माता नूं पता लग्या, उन्हां ने अपने वल्लों काफ़ी लाहणतां भी पाईआं। ते इस गल दा पता धन गुरु तेग बहादुर महाराज जी दे परम सिख मक्खण शाह वर्गां नूं भी पता लग्या भी गुरु साहब ते गोलियां चलाईआं, ते गुरु घर दे विचों काफ़ी समान ये लुट के भी लै गए, बीड़ भी लै गए। करतारपुरी बीड़ वजदी है एक अपनी, गुरु ग्रंथ साहिब दा स्वरूप, वो भी खो के लै गए। मक्खण शाह ने अपने वल्लों गुरु दे प्यारिਆਂ ਨੂੰ इकट्ठे कीता ते धीरमल ते हमला कीता, ते जाके सारा जो गुरु घर दा लुट के लगे आ समान वो वापस मुड़वा के लिआंदा। पर फिर भी धन गुरु तेग बहादुर महाराज जी ने उत्थे मक्खण शाह नूं कहा, मक्खण शाह तू ये काम नहीं सी करना, कोई ना तू उन्हां दा जो समान है ना वो मोड़िया। फिर उन्होंने भरपे तौर पर कुछ जिहड़ा लोड़ी दा समान सी वो मोड़ता, पर जिहड़ी करतारपुरी बीड़ है ना वो रख ली सी। वो अज उन्हां कोले चली जाती है गद्दी ते, ये वडभागियां दी गद्दी आ। अपने कोले दमदमा साहब वाली बीड़ है, जिन्हों दमदमी बीड़ कहा जाता है। आदि श्री गुरु ग्रंथ साहिब उन्हां कोले करतारपुर वाली बीड़ आ, पर जो उस टाइम तो उन्होंने बीड़ सी वो 30 रागां वाली रह गई सी। 31वां राग दमदमा साहब की धरती ते पवाया 9वें पातशाह की बाणी का। सो इस करके सतगुरु गुरु तेग बहादुर महाराज ने उत्थे भी अपने वालों धीरज, शांति, आनंद की खेड़ी खेडी। पर इत्थे हुण बाबे बकाले की धरती तो धन गुरु तेग बहादुर महाराज ने श्री अमृतसर साहिब वल चाले पा दिते। बाबे बकाले की धरती नूं अपने वालों छड़ दिता, क्योंकि इत्थे रह के सच का प्रचार आ जिहड़ा नहीं किया जाएगा, विरोधी बहुत हो गए। अक्सर विरोधियों नूं मूँह दी खानी पई, कोई विरोधियों का दीन धर्म नहीं हुंदा। जिहड़ा बंदा लालच की अवस्था में जिंदगी जिउवे ना, चाहे वह धर्म के नां ते जिउवे, चाहे वह दुनिया के नां ते जिउवे, लालच की बिरती नूं जिंदगी मुख रख के जिउण वाला बंदा अक्सर फेल हो जाता। फिर आप एक गल दोबारा रिपीट करते हैं भी जो भी चाहे वह धर्म के नां ते, चाहे दुनिया के नां ते, चाहे परिवार के नां ते लालची व्यक्ति एक लोड़ आ। लोड़ तो गुरु साडी पूरी कर देना, लोड़ तो साडी भैन भाई भी पूरी कर देंगे। एक लालची व्यक्ति है, लालची व्यक्ति तो उपर होके जीवन जिउणा इहनूं गुरु साहब चंगा मानते हैं। पर हुण इन्हां दी व्यक्ति है जिहड़ी लालची आ। हुण इत्थे गुरु साहब ने सोचा भी आपां नूं बहुता लंबा टाइम प्रचार नहीं करन दिता जावेगा, इत्थों चाले पाउण च फायदा। ते गुरु साहब जी इत्थों चाले पा के श्री अमृतसर साहिब वल नूं आ गए। हुण अमृतसर साहिब वल 1664-65 दे विचकार आउंदे ने। 1634 दे विच धन गुरु हरगोबिंद साहब अपनी मालवे की धरती ते आए ने, उदों अमृतसर साहिब तो आए सी। 1634 तो बाद 7वें पातशाह 6 महीने अमृतसर साहिब गए ने। ते उस टाइम ते जिहड़ी दरबार साहिब दी वांग डोर आ, यह मेहरमान दा पोता जिहड़ा हरजी, हरजी दे हत्थ आ गई सी। हरजी नूं मसंदा ने अपना मोढी मन्निया पिया ते हरजी है जिहड़ा ये दरबार साहिब दा उस टाइम ते मान लो भी कमांडर आ, प्रधान आ। ये चित्त रखो, फिर मैं दोबारा लड़ी पिछे ले जान लगांगा।
ਮਾਫੀ ਚਾਹੁੰਦਾ, ਕਈ ਵਾਰ ਅੰਦਰ ਖਿਆਲ ਹੁੰਦਾ ਵੀ ਸਾਡੇ ਦਿਮਾਗ ਦੇ ਵਿੱਚ ਗੁਰੂ ਦਾ ਇਤਿਹਾਸ ਸਾਰਾ ਪੈ ਜਾਵੇ ਤਾਂ ਸਾਨੂੰ ਸੌਖੀ ਸਮਝ ਆ ਸਕਦੀ ਆ। ਹੁਣ ਪਿਰਥੀ ਚੰਦ ਦਾ ਜਿਹੜਾ ਪੁੱਤ ਆ ਨਾ, ਉਹ ਆ ਮਿਹਰਬਾਨ, ਤੇ ਮਿਹਰਬਾਨ ਦਾ ਜਿਹੜਾ ਪੁੱਤ ਹੈਗਾ ਉਹ ਆ ਹਰਜੀ, ਤੇ ਜਿਹੜਾ ਹਰਜੀ ਆ ਉਹ ਦਰਬਾਰ ਸਾਹਿਬ ਦਾ ਕਮਾਂਡਰ ਆ। ਜਦੋਂ ਹਰਜੀ ਨੂੰ ਪਤਾ ਲੱਗ ਗਿਆ ਵੀ ਗੁਰੂ ਤੇਗ ਬਹਾਦਰ ਮਹਾਰਾਜ ਦਰਬਾਰ ਸਾਹਿਬ ਆ ਰਹੇ ਨੇ, ਤੇ ਦਰਬਾਰ ਸਾਹਿਬ ਨੂੰ ਜਿੰਦਰੇ ਲਵਾਤੇ ਸੀ, ਲੋਕ ਲਵਾਤੇ ਸੀ, ਬਾਰ ਬੰਦ ਕਰਵਾਤੇ ਸੀ ਵੀ ਜੇ ਇੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆ ਕੇ ਸਾਡੇ ਨਾਲ ਗੱਲਬਾਤ ਕੀਤੀ, ਉਹ ਹਿਸਾਬ ਕਿਤਾਬ ਮੰਗਣਗੇ। ਅੱਜ ਦੀ ਭਾਸ਼ਾ ਮੁਤਾਬਕ ਉਹਨਾਂ ਨੇ ਲੇਖਾ ਜੋਖਾ ਪੁੱਛਣਾਗਾ, ਕੌਣ ਆਉਂਦਾ, ਕੀ ਕਰਦੇ ਹੋ, ਕੀ ਨਹੀਂ ਕਰਦੇਗੇ, ਸਾਰੀ ਗੱਲ ਪੁੱਛਣੀ ਹੈ ਨਾ, ਕਿਉਂਕਿ ਜਿਹੜਾ ਸਿਆਣਾ ਪੁਰਖ ਉਹ ਚਾਰ ਚੁਫੇਰੇ ਨਿਗਾਹ ਰੱਖਦਾ ਗਾ ਵੀ ਕਿੱਥੇ ਕੀ ਹੁੰਦਾ ਕੀ ਨਹੀਂ ਹੁੰਦਾ, ਇਸ ਗੱਲ ਦੀ ਮੈਨੂੰ ਪਤਾ ਹੋਵੇ, ਬਿੜਕ ਹੋਵੇ। ਉਹ ਇਹ ਨਹੀਂ ਕਹਿੰਦਾ ਚਲੋ ਆਪਾਂ ਕੀ ਲੈਣਾ। ਜਿਹਨੇ ਮੰਨ ਲਓ ਇਹ ਕਹਿੰਦਾ ਨਾ ਵੀ ਆਪਾਂ ਕੀ ਲੈਣਾ, ਉਹ ਸਿਆਣਾ ਨਹੀਂ ਹੈ। ਜਿਹਨੇ ਵਿਚਾਰ ਕਰ ਲਈ, ਦੇਖੋ ਤਾਂ ਸਹੀ ਨਾ ਇੱਕ ਵਾਰੀ, ਉਹ ਸਿਆਣਾ ਗਾ। ਹੁਣ ਗੁਰੂ ਤੇਗ ਬਹਾਦਰ ਮਹਾਰਾਜ ਦਾ ਸਿਆਣਪ ਦਾ ਇਹਨਾਂ ਨੂੰ ਪਤਾ ਵੀ ਗੁਰੂ ਸਾਹਿਬ ਪੁੱਛਣਗੇ ਜ਼ਰੂਰ ਆ ਕੇ ਵੀ ਕੀ ਕਰਦੇ ਹੋ, ਸੱਚ ਦਾ ਪ੍ਰਚਾਰ ਹੁੰਦਾ ਨਹੀਂ ਹੁੰਦਾ, ਕੀ ਨਹੀਂ ਕਰਦੇ, ਕਿੰਨੀ ਤੁਹਾਡੇ ਕੋਲੇ ਸੰਗਤ ਆਉਂਦੀ ਹੈ, ਕਿੰਨੀ ਨਹੀਂ ਆਉਂਦੀ। ਇਸ ਗੱਲ ਦੀ ਸਾਰੀ ਵਿਚਾਰ ਕਰਨੀ ਹੈ ਨਾ। ਤੇ ਜਦੋਂ ਵਿਚਾਰ ਹੋਊਗੀ ਤੇ ਉਹ ਵਿਚਾਰ ਦੇ ਵਿੱਚ ਅਸੀਂ ਫੇਲ ਹੋ ਜਾਵਾਂਗੇ। ਜਦੋਂ ਫੇਲ ਹੋ ਗਏ ਸਾਡੀ ਬਦਨਾਮੀ ਹੋਊਗੀ, ਤੇ ਨਾਲੇ ਸਾਡੀ ਜਿਹੜੀ ਐਸ ਪ੍ਰਸਤੀ ਹੈ ਨਾ, ਅਸੀਂ ਜਿਹੜੇ ਗੁਰਸਰਲੇ ਉਡਾਉਣੇ ਆ ਸੰਗਤ ਦੇ ਪੈਸੇ ਦੇ, ਇਹ ਬੰਦ ਹੋ ਜਾਣਗੇ। ਇਹ ਤਾਂ ਬੰਦ ਹੋ ਜਾਣਗੇ ਨਾ, ਕਿਉਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਜੀਵਨ ਜਿਹੜਾ ਬੜਾ ਸੰਜਮੀ ਜੀਵਨ ਹੈਗਾ, ਇਹਨਾਂ ਨੇ ਦਰਵਾਜ਼ੇ ਚੰਦਰਿਆਂ ਨੇ ਪਹਿਲਾਂ ਹੀ ਬੰਦ ਕਰ ਲਏ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੰਗਤ ਦੇ ਸਮੇਤ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਆਉਂਦੇ ਨੇ, ਪਰ ਦਰਵਾਜ਼ੇ ਬੰਦ ਹੋਣ ਕਰਕੇ ਕੁਛ ਵਕਤ ਜੋ ਅਕਾਲ ਤਖਤ ਦੇ ਸਾਈਡ ਤੇ ਥੜਾ ਬਣਿਆ ਨਾ, ਗੁਰਦੁਆਰਾ ਜਿੱਥੇ ਅੱਜ ਕੱਲ੍ਹ ਥੜਾ ਸਾਹਿਬ ਆ, ਉੱਥੇ ਬੈਠ ਕੇ ਗੁਰੂ ਪਾਤਸ਼ਾਹ ਜੀ ਅੱਗੇ ਵਾਪਸ ਚਲੇ ਗਏ। ਕੁਝ ਨਹੀਂ ਬੋਲੇਗੇ ਵੀ ਕਿਉਂ ਬਾਰ ਬੰਦ ਕੀਤੇ, ਚਲੋ ਚੁੱਪ ਕਰਕੇ ਗੁਰੂ ਸਾਹਿਬ ਕਹਿੰਦੇ ਜਿਹੋ ਜੀ ਮੱਤ ਆ ਗਈ ਵਰਤੀ ਜਾਂਦੇ ਨੇ, ਵਾਪਸ ਚਲੇ ਗਏ। ਜਦੋਂ ਹੁਣ ਅੰਮ੍ਰਿਤਸਰ ਸਾਹਿਬ ਤੋਂ ਅਗਲਾ ਪਿੰਡ ਆ, ਪਿੰਡ ਬੱਲਾ, ਤੇ ਬੱਲੇ ਪਿੰਡ ਵਿੱਚ ਪਹੁੰਚੇ ਤੇ ਉੱਥੋਂ ਦੀ ਸੰਗਤ ਨੇ ਗੁਰੂ ਸਾਹਿਬ ਨੂੰ ਰੋਕ ਲਿਆ। ਉੱਥੋਂ ਦੀ ਸੰਗਤ ਨੇ ਨਾ ਗੁਰਦੇਵ ਨੂੰ ਰੋਕ ਲਿਆ, ਬੜੀ ਪਿਆਰ ਦੇ ਨਾਲ ਭਿੱਜ ਕੇ ਸੇਵਾ ਕੀਤੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜਿਹੜੀ ਸੇਵਾ ਹੈਗੀ ਨਾ, ਬਹੁਤ ਪਿਆਰ ਦੇ ਨਾਲ ਭਿੱਜ ਕੇ ਉਹਨਾਂ ਨੇ ਕੀਤੀ। ਤੇ ਜਦੋਂ ਦਰਬਾਰ ਸਾਹਿਬ ਦੇ ਇਹ ਅੰਮ੍ਰਿਤਸਰ ਦੀ ਸੰਗਤ ਮਾਈਆਂ ਨੂੰ ਪਤਾ ਲੱਗਿਆ ਨਾ, ਤੇ ਇਹ ਪਿੱਛੇ ਚਲੀਆਂ ਗਈਆਂ ਵੀ ਸਾਡੇ ਮੋਢੀਆਂ ਨੇ, ਬੰਦਿਆਂ ਨੇ ਤਾਂ ਦਰਵਾਜ਼ੇ ਬੰਦ ਕਰ ਲਏ ਨਾ। ਅੰਦਰ ਕੁਝ ਜਾਗਿਆ, ਕੁਛ ਵੀ ਆਪਾਂ ਬਹੁਤ ਵੱਡੀ ਗਲਤੀ ਕਰ ਲਈ, ਪਿਛਾਂਹ ਚਲੇ ਗਏ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨਾਲ ਜਾ ਕੇ ਅੰਮ੍ਰਿਤਸਰ ਸਾਹਿਬ ਦੀਆਂ ਮਾਤਾਵਾਂ ਭੈਣਾਂ ਦਾ ਮਿਲਾਪ ਪਿੰਡ ਬੱਲਾ 'ਚ ਹੋਇਆਗਾ, ਜੋ ਦਰਬਾਰ ਸਾਹਿਬ ਦੇ ਅੰਮ੍ਰਿਤਸਰ ਦੇ ਬਿਲਕੁਲ ਨਜ਼ਦੀਕ ਆ, ਨੇੜੇ ਕਹਿ ਲਓ ਆਪਾਂ। ਫਿਰ ਉੱਥੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਅੱਗੇ ਤਰਲਾ ਵੀ ਕੀਤਾ, ਬੇਨਤੀ ਵੀ ਕੀਤੀ ਹੈ, ਮਿਹਨਤ ਕੀਤੀ ਹੈ, ਸੱਚੇ ਪਾਤਸ਼ਾਹ ਵਾਪਸ ਆਓ, ਵਾਪਸ ਆ ਜਾਓ ਤੁਸੀਂ, ਤੇ ਅਸੀਂ ਤੁਹਾਡੀ ਸੇਵਾ ਕਰਾਂਗੇ। ਗੁਰੂ ਸਾਹਿਬ ਕਹਿੰਦੇ ਨਹੀਂ, ਅਸੀਂ ਤ੍ਰਿਪਤ ਹਾਂ, ਕੋਈ ਗੱਲ ਨਹੀਂ, ਸ਼ਾਬਾਸ਼ ਤੁਹਾਡਾ ਸਾਰਿਆਂ ਦਾ ਧੰਨਵਾਦ, ਕੋਈ ਐਸੀ ਗੱਲ ਨਹੀਂ ਹੈ। ਜਦੋਂ ਮਾਈਆਂ ਨੇ ਆ ਕੇ ਉੱਥੇ ਬੇਨਤੀ ਕੀਤੀ ਹੈ ਨਾ, ਤੇ ਆਪਣੇ ਵੱਲੋਂ ਕੁਝ ਸੇਵਾ ਵੀ ਕੀਤੀ ਪਿੰਡ ਬੱਲਾ 'ਚ ਪਹੁੰਚ ਕੇ, ਤੇ ਉੱਥੇ ਫਿਰ ਗੁਰੂ ਸਾਹਿਬ ਨੇ ਅੰਮ੍ਰਿਤਸਰ ਸਾਹਿਬ ਦੀਆਂ ਮਾਈਆਂ ਦੀ ਭਾਵਨਾ ਵੇਖ ਕੇ ਇੱਕ ਪਿਆਰ ਦੇ ਵਿੱਚ ਸ਼ਬਦ ਬੋਲਿਆ ਸੀ, ਜਿਹੜਾ ਸ਼ਬਦ ਆਪਣਾ ਇੱਕ ਆਮ ਨਾ ਕਹਾਵਤ ਬਣੀ ਵੀ ਹੈਗੀ, ਮਾਈਆਂ ਰੱਬ ਰਜਾਈਆਂ। ਵੈਸੇ ਇਹਦਾ ਮਤਲਬ ਕਿਸੇ ਨੂੰ ਵੀ ਨਹੀਂ ਪਤਾ, ਤੇ ਇਹ ਲਫ਼ਜ਼ ਬੋਲਿਆ ਜ਼ਰੂਰ ਜਾਂਦਾ ਹੈਗਾ, ਮਾਈਆਂ ਰੱਬ ਰਜਾਈਆਂ। ਗੁਰੂ ਸਾਹਿਬ ਜੀ ਨੇ ਉੱਥੇ ਇਹ ਗੱਲ ਜਿਹੜੀ ਬੋਲੀ ਹੈ ਨਾ, ਉਹਦਾ ਮਤਲਬ ਕੀ ਬਣ ਗਿਆ ਵੀ ਤੁਸੀਂ ਰੱਬ ਦੀ ਰਜ਼ਾ ਵਿੱਚ ਰਹਿਣ ਵਾਲਿਓ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਭਾਣੇ ਵਿੱਚ ਚੱਲਣ ਵਾਲਿਓ, ਕੋਈ ਗੱਲ ਨਹੀਂ, ਤੁਹਾਡਾ ਸਾਰਿਆਂ ਦਾ ਧੰਨਵਾਦ, ਗੁਰੂ ਕਿਰਪਾ ਕਰੇਗਾ, ਤੁਹਾਨੂੰ ਸਾਰਿਆਂ ਨੂੰ ਭਗਤੀ ਵਿੱਚ ਲਾਵੇਗਾ। ਮਾਈਆਂ ਰੱਬ ਰਜਾਈਆਂ, ਭਗਤੀ ਲਾਈਆਂ, ਭਗਤੀ ਪਰਮਾਤਮਾ ਦੇ ਗੁਣ ਗਾਉਣੇ, ਤੁਸੀਂ ਉਹਦੇ ਵਿੱਚ ਲੱਗੀਆਂ ਰਹੋ, ਤੁਹਾਡੇ ਤੇ ਕਿਰਪਾ ਰਹੇਗੀ, ਉਸ ਅਕਾਲ ਪੁਰਖ ਵਾਹਿਗੁਰੂ ਦੀ, ਗੁਰੂ ਨਾਨਕ ਤੁਹਾਡੇ ਤੇ ਤੁਰਠੇਗਾ। ਤੇ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਗੁਰੂ ਪਿਆਰੇ ਮੱਖਣ ਸ਼ਾਹ ਲਵਾਣੇ ਵਰਗੇ ਨਾਲ ਨੇ,
ਤੇ ਉੱਥੋਂ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਇੱਕ ਲਫ਼ਜ਼ ਹੋਰ ਵੀ ਬੋਲਦੇ ਨੇ, ਜੋ ਕਿ ਅੱਜ ਕੱਲ੍ਹ ਉਹ ਬੜਾ ਮਸ਼ਹੂਰ ਜਿਹਾ ਪੁਆਇੰਟ ਆ, ਅੰਮ੍ਰਿਤ ਸਰੀਏ ਅੰਦਰ ਸੜੀਏ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ। ਜਿਹੜੀ ਕਿ ਮਸੰਦਾਂ ਨੂੰ ਫਟਕਾਰ ਪਾਈ ਆ ਦਰਬਾਰ ਸਾਹਿਬ ਦਿਆਂ ਨੂੰ, ਕਿਉਂਕਿ ਪਹਿਲਾਂ ਤਾਂ ਗੋਲੀ ਚਲਾਤੀ ਨਾ ਮਸੰਦਾਂ ਨੇ, ਉਹ ਵੀ ਗੁਰੂ ਘਰ ਦੇ ਸੇਵਾਦਾਰ ਨੇ। ਮਸੰਦ ਤੋਂ ਭਾਵ ਹੁੰਦਾ ਗੁਰੂ ਘਰ ਦਾ ਆਪਣਾ ਆਪਾ ਕੁਰਬਾਨ ਕਰਨ ਵਾਲਾ ਸੇਵਾਦਾਰ, ਉਹਨੂੰ ਮਸੰਦ ਕਹਿੰਦੇ ਸੀ। ਜਿਹਨੇ ਗੁਰੂ ਦੀ ਗੱਲ ਅੱਗੇ ਲੋਕਾਂ 'ਚ ਦੱਸਣੀ ਆ ਤੇ ਲੋਕਾਂ ਨੇ ਆਪਣਾ ਦਸਵੰਧ ਉਹ ਮਸੰਦ ਦੇ ਰਾਹੀਂ ਗੁਰੂ ਘਰ ਪਹੁੰਚਾਉਣਾ ਹੁੰਦਾ ਗਾ। ਗੁਰੂ ਘਰ ਦਾ ਸੇਵਾਦਾਰ ਕਹਿ ਲਓ ਸੌਖੀ ਭਾਸ਼ਾ 'ਚ। ਪਰ ਇੱਥੇ 9ਵੇਂ ਪਾਤਸ਼ਾਹ ਵੇਲੇ ਜਾ ਕੇ ਇਹ ਵਿਗੜ ਗਏ ਸੀ। ਫਿਰ ਇਹ ਉਹੀ ਮਸੰਦ ਨੇ ਜਿਨ੍ਹਾਂ ਨੂੰ ਆਪਾਂ ਇਤਿਹਾਸ ਵਿੱਚ ਸੁਣਦੇ ਹਾਂ 10ਵੇਂ ਪਾਤਸ਼ਾਹ ਨੇ ਇਹਨਾਂ ਨੂੰ ਸਜ਼ਾਵਾਂ ਦਿੱਤੀਆਂ ਸੀ ਤੇ ਮਸੰਦ ਪ੍ਰਥਾ ਤੋੜਤੀ ਸੀ, ਖਤਮ ਕਰਤੀ ਸੀ। ਅੱਜ ਜਿਹੜਾ ਸਭ ਤੋਂ ਨਿਕੰਮਾ ਉਹਨੂੰ ਆਪਾਂ ਮਸੰਦ ਕਹਿੰਦੇ ਆ। ਜਿਹੜਾ ਸਭ ਤੋਂ ਘਟੀਆ ਹੋਵੇ ਨਾ ਉਹਨੂੰ ਆਪਾਂ ਇਹ ਬੋਲੀ ਬੋਲਦੇ ਆ, ਮਸੰਦ ਹੈ ਤਾਂ ਭਾਈ ਇਹ ਮਸੰਦਾਂ ਵਾਲੇ ਕੰਮ ਕਰਦਾਗਾ। ਹੁਣ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜ਼ਿਕਰ ਕੀ ਕੀਤਾਗਾ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ। ਅੱਗੋਂ ਕਹਿੰਦੇ ਤ੍ਰਿਸ਼ਨਾਗਰ ਤੇ ਅੰਤਰ ਸੜੀਏ। ਤੁਹਾਡੇ ਅੰਦਰ ਤ੍ਰਿਸ਼ਨਾ ਬਹੁਤ ਜ਼ਿਆਦਾ, ਤੁਹਾਡੇ ਅੰਦਰ ਲਾਲਚੀ ਬਿਰਤੀ ਆ ਨਾ, ਲਾਲਚੀ ਬਿਰਤੀ ਨੂੰ ਦੇਖਦਿਆਂ ਹੋਏ ਗੁਰੂ ਸਾਹਿਬ ਕਹਿੰਦੇ ਤੁਸੀਂ ਅੰਦਰ ਤੋਂ ਸੜੇ ਪਏ ਹੋ। ਤੁਹਾਡੇ ਅੰਦਰ ਤਾਂ ਖੁਸ਼ਬੂ ਤਾਂ ਹੈ ਹੀ ਨਹੀਂ, ਗੁਣ ਤਾਂ ਹੈ ਹੀ ਨਹੀਂਗੇ, ਔਗਣ ਹੀ ਔਗਣ ਨੇਗੇ। ਸਤਿਗੁਰੂ ਪਾਤਸ਼ਾਹ ਜੀ ਇੱਥੋਂ ਫਿਰ ਆਪਾਂ ਨੂੰ ਪਤਾ ਵੀ ਆਪਣੇ ਦਿਮਾਗ ਦੇ ਵਿੱਚ ਇੱਕ ਪੁਆਇੰਟ ਸੋਚਿਆ ਵੀ ਕੋਈ ਸਿੱਖੀ ਦਾ ਕੇਂਦਰ ਸਥਾਪਿਤ ਕੀਤਾ ਜਾਵੇ। ਸਾਰੇ ਗੁਰੂ ਦੇ ਸਿੱਖਾਂ ਨਾਲ ਨਾ ਰਾਏ ਕਰਕੇ ਵਿਚਾਰ ਕਰਕੇ ਵੀ ਕੋਈ ਸਿੱਖੀ ਦਾ ਕੇਂਦਰ ਬਣਾਇਆ ਜਾਵੇ। ਹੁਣ ਥੋੜਾ ਜਿਹਾ ਪਿੱਛੇ ਮੈਂ ਜਾਵਾਂਗਾ, ਮਾਫ ਕਰਨਾ ਕਈ ਵਾਰ ਨਾ ਇਹ ਬਚਨ ਬੋਲਿਆ ਜਾਂਦਾ ਵੀ ਪਿੱਛੇ ਜਦੋਂ ਜਾਂਦੇ ਹੋ ਨਾ ਸਾਡੀ ਇੱਥੋਂ ਧਿਆਨ ਬਿਰਤੀ ਟੁੱਟ ਜਾਂਦਾ। ਸਾਨੂੰ ਇਉਂ ਲੱਗਦਾ ਵੀ ਜੇ ਆਪਾਂ ਪਿੱਛੇ ਗੱਲ ਇਸ਼ਾਰਾ ਨਾ ਕਰੀਏ ਤਾਂ ਸ਼ਾਇਦ ਸਮਝ ਨਹੀਂ ਆਵੇਗੀ। ਸਕੂਨ ਮਿਲਦਾ ਵੀ ਪਿਛਲੀ ਗੱਲ ਜ਼ਰੂਰ ਅਗਲੀ ਨਾਲ ਮੇਲੀ ਜਾਵੇ, ਹੈ ਨਾ। ਹੁਣ ਪਿਛੋਕੜ ਕੀ ਆ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਕਰਤਾਰਪੁਰ ਵਸਾਇਆ, ਗੁਰੂ ਅੰਗਦ ਸਾਹਿਬ ਮਹਾਰਾਜ ਨੇ ਖੰਡੂਰ ਸਾਹਿਬ ਵਸਾਇਆ, ਗੁਰੂ ਅਮਰਦਾਸ ਮਹਾਰਾਜ ਜੀ ਨੇ ਗੋਬਿੰਦਵਾਲ ਸਾਹਿਬ ਵਸਾਇਆ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਰਾਮਦਾਸ ਸਰੋਵਰ ਨਾਤੇ ਦਰਬਾਰ ਸਾਹਿਬ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਰਬਾਰ ਸਾਹਿਬ ਰਹੇ ਤੇ ਤਰਨਤਾਰਨ ਸਾਹਿਬ ਦੀ ਉਸਾਰੀ ਕਰਵਾਈ। 6ਵੇਂ ਪਾਤਸ਼ਾਹ ਨੇ ਵੀ ਹਰਗੋਬਿੰਦਪੁਰਾ ਸਾਹਿਬ ਆਦਿਕ ਨਗਰਾਂ ਦੇ ਵਿੱਚ ਭਾਗ ਲਾਏ। ਇਵੇਂ ਜਿਵੇਂ 7ਵੇਂ ਪਾਤਸ਼ਾਹ ਕਰਤਾਰ ਵਾਹਿਗੁਰੂ ਕੀਰਤਪੁਰ ਸਾਹਿਬ ਤੇ 8ਵੇਂ ਪਾਤਸ਼ਾਹ ਦੇ ਨਾਲ ਸੁਸ਼ੋਭਿਤ ਗੁਰਦੁਆਰਾ ਬੰਗਲਾ ਸਾਹਿਬ ਅਤੇ ਹੋਰ ਪੰਜੋਖਰਾ ਸਾਹਿਬ ਆਦਿਕ ਹੋਰ ਗੁਰਦੁਆਰਾ ਸਾਹਿਬ। ਤੇ ਇੱਥੇ 9ਵੇਂ ਪਾਤਸ਼ਾਹ ਨੇ ਵੀ ਨਿਸ਼ਚਾ ਧਾਰਿਆਗਾ ਵੀ ਆਪਾਂ ਵੀ ਕੋਈ ਸਿੱਖੀ ਦਾ ਕੇਂਦਰ ਸਥਾਪਿਤ ਕਰੀਏ, ਜਿੱਥੇ ਬੈਠ ਕੇ ਸਿੱਖੀ ਦਾ ਪ੍ਰਚਾਰ ਕੀਤਾ ਜਾਵੇ। ਮੇਨ ਕੇਂਦਰ ਹੋਵੇ, ਟਿਕਾਣਾ ਹੋਵੇ, ਹੈੱਡ ਦਫ਼ਤਰ ਕਹਿ ਲਓ। ਇਹ ਫਿਰ ਆਨੰਦਪੁਰ ਸਾਹਿਬ ਵਾਲੀ ਜਗ੍ਹਾ ਜਿਹੜੀ ਇਹ ਮੁੱਲ ਖਰੀਦੀ ਸੀ। ਮੰਨਿਆ ਜਾਂਦਾ ਤਾਰਾ ਚੰਦ ਗਵਾਲੀਅਰ ਦੇ ਕਿਲੇ ਵਿੱਚ ਬੰਦ ਸੀ। 6ਵੇਂ ਪਾਤਸ਼ਾਹ ਨੇ ਉਹ ਜਿਹੜੇ 52 ਰਾਜੇ ਆ ਨਾ, ਵੈਸੇ ਵੱਧ ਰਾਜੇ ਸਨ, ਉਹਨਾਂ ਦੇ ਨਾਲ ਇਹ ਤਾਰਾ ਚੰਦ ਰਾਜਾ ਵੀ ਵਾਪਸ ਜੇਲ੍ਹ ਦੇ ਵਿੱਚੋਂ ਰਿਹਾ ਕਰਵਾਇਆ ਸੀ। ਤਾਰਾ ਚੰਦ ਦਾ ਪੁੱਤ ਆ ਭੀਮ ਚੰਦ, ਵਾਹਿਗੁਰੂ ਦੀਪ ਚੰਦ ਆ, ਤੇ ਦੀਪ ਚੰਦ ਦਾ ਪੁੱਤ ਆਗਾ ਭੀਮ ਚੰਦ, ਤੇ ਭੀਮ ਚੰਦ ਦਾ ਜਿਹੜਾ ਗੁਰੂ ਘਰ ਦਾ ਆਪਾਂ ਨੂੰ ਪਤਾ ਵਿਰੋਧੀ ਸੀਗਾ। ਹੁਣ ਜਿਹੜਾ ਦੀਪ ਚੰਦ ਆਗਾ ਇਹਦੇ ਘਰ ਵਾਲੀ ਹੈ ਚੰਪਾ ਰਾਣੀ, ਤੇ ਦੀਪ ਚੰਦ ਮੰਨਿਆ ਜਾਂਦਾ ਵੀ ਉਸ ਵਕਤ ਚੜ੍ਹਾਈ ਕਰ ਗਿਆ ਸੀਗਾ, ਕੁਦਰਤੀ ਕੋਈ ਐਸਾ ਕਾਰਨ ਬਣਿਆ। ਤੇ ਜਿਹੜੀ ਚੰਪਾ ਰਾਣੀ ਹੈਗੀ ਇਹ ਹੁਣ ਇਕੱਲੀ ਰਹਿ ਗਈ, ਡਰ ਲੱਗਦਾਗਾ। ਤੇ ਦੱਸਿਆ ਗਿਆ ਵੀ ਤੁਸੀਂ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਨਾ 9ਵੀਂ ਗੱਦੀ ਦੇ ਵਾਰਸ ਨੇ ਗੁਰੂ ਤੇਗ ਬਹਾਦਰ ਮਹਾਰਾਜ, ਤੇ ਉਹਨਾਂ ਦੇ ਨਾਲ ਮੇਲ ਜੋਲ ਕਰੋ ਵੀ ਤੁਹਾਡੀ ਰਾਖੀ ਉਹ ਕਰ ਸਕਦੇ ਨੇ। ਉਹਨਾਂ ਦਾ ਜੀਵਨ ਦਾ ਮਨੋਰਥ ਹੀ ਇਹ ਆ, ਮਜ਼ਲੂਮਾਂ ਦੀ ਰਾਖੀ ਕਰਨੀ, ਨਿਆਸਰਿਆਂ ਦਾ ਆਸਰਾ ਬਣਨਾ, ਤੁਹਾਡਾ ਆਸਰਾ ਉਹ ਬਣਨਗੇ। ਇਹਨੇ ਸੋਚਿਆ ਵੀ ਚਲੋ ਕੋਈ ਗੱਲ ਨਹੀਂ, ਮੈਂ ਉਹਨਾਂ ਨੂੰ ਆਪਣੇ ਵੱਲੋਂ ਥੋੜਾ ਬਹੁਤਾ ਥਾਂ ਵੀ ਦੇ ਦੇਵਾਂਗੀ ਤੇ ਇੱਥੇ ਰਿਹਾਇਸ਼ ਕਰ ਲੈਣ ਆਪਣੀ। ਪਰ ਉਹਨਾਂ ਨੇ ਥਾਂ ਦੇਣ ਦੀ ਆਪਣੀ ਗੱਲ ਜ਼ਾਹਰ ਕੀਤੀ। ਤੇ ਉਸ ਟਾਈਮ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਫਰੀ ਦੇ ਵਿੱਚ ਜ਼ਮੀਨ ਨਹੀਂ ਲੈਤੀ, ਆਨੰਦਪੁਰ ਸਾਹਿਬ ਵਾਲੀ ਧਰਤੀ ਫਰੀ ਨਹੀਂ ਲੈਤੀ, ਇਹ ਮੁੱਲ ਲੈਤੀ ਹੈਗੀ। ਤੇ ਮੁੱਲ ਇਹ ਧਰਤੀ ਲੈ ਕੇ, ਜ਼ਮੀਨ ਲੈ ਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਫਿਰ ਇੱਥੇ ਆਨੰਦਪੁਰ ਸਾਹਿਬ ਦੀ ਜਿਹੜੀ ਉਸਾਰੀ ਆ ਉਹ ਕਰਵਾਈ। 6 ਮਹੀਨਿਆਂ ਦੇ ਵਿੱਚ ਆਨੰਦਪੁਰ ਸਾਹਿਬ ਦੀ ਜਿਹੜੀ ਉਸਾਰੀ ਆ ਉਹ ਕੰਪਲੀਟ ਗੁਰੂ ਸਾਹਿਬ ਨੇ ਕਰਵਾ ਲਈ। ਚਲੋ ਗੁਰੂ ਦਾ ਘਰ ਵੱਡਾ, ਅੱਜ ਵੀ ਬੜੀਆਂ ਵੱਡੀਆਂ ਉੱਥੇ ਇਮਾਰਤਾਂ ਬਣੀ ਜਾਂਦੀਆਂ ਨੇ, ਉਦੋਂ ਦਾ ਟੱਕ ਰੱਖਿਆ।
ਤੇ ਆਨੰਦਪੁਰ ਸਾਹਿਬ ਦਾ ਟੱਕ ਕਿਹਨੇ ਰੱਖਿਆ? ਜਿਵੇਂ ਆਪਾਂ ਕਹਿੰਦੇ ਆ ਨੀਂਹ, ਪਹਿਲਾ ਟੱਕ ਕਿਹਨੇ ਮਾਰਿਆ, ਨੀਂਹ ਕਿਹਨੇ ਰੱਖੀ? ਬਾਬਾ ਗੁਰਦਿੱਤਾ ਜੀ ਨੇ। ਇੱਕ ਬਾਬਾ ਗੁਰਦਿੱਤਾ ਛੇਵੇਂ ਪਾਤਸ਼ਾਹ ਦਾ ਪੁੱਤ ਹੈਗਾ, ਤੇ ਇਹ ਬਾਬਾ ਗੁਰਦਿੱਤਾ ਬਾਬਾ ਬੁੱਢਾ ਜੀ ਦੀ ਅੰਸ਼ ਵਿੱਚੋਂ ਆ। ਤੇ ਬਾਬਾ ਗੁਰਦਿੱਤਾ ਜੀ ਨੇ ਮਤਲਬ ਕਿ ਆਨੰਦਪੁਰ ਸਾਹਿਬ ਦੀ ਜਿਹੜੀ ਨਿਉ ਆ, ਨੀਂਹ ਆ, ਉਹ ਰੱਖੀ। ਪਹਿਲਾਂ ਟੱਕ ਇਹਨੇ ਪਹਿਲਾਂ ਉੱਥੇ ਲਾਇਆ। ਤੇ ਇੱਕ ਗੱਲ ਇੱਥੇ ਹੋਰ ਥੋੜੀ ਧਿਆਨ 'ਚ ਰੱਖਣ ਯੋਗ ਆ, ਗੁਰੂ ਸਾਹਿਬ ਗੁਰੂ ਘਰ ਦੇ ਵਿੱਚ ਜਿਹੜੇ ਸੱਚੇ ਦਿਲੋਂ ਸੇਵਾ ਕਰਦੇ ਆ ਨਾ, ਬਾਣੀ ਪੜ੍ਹਨ ਵਾਲੇ ਨੇ, ਉਹਨਾਂ ਦਾ ਕਿੰਨਾ ਸਤਿਕਾਰ ਕਰਦੇ। ਤੇ ਆਪਾਂ ਛੇਵੇਂ ਪਾਤਸ਼ਾਹ ਦੇ ਜੀਵਨ ਤੱਕ ਤਾਂ ਬਾਬਾ ਬੁੱਢਾ ਜੀ ਦੀ ਮਹਿਮਾ ਸੁਣੀ ਹੈ ਨਾ, ਵੀ ਬਾਬਾ ਬੁੱਢਾ ਜੀ ਦੀ ਕਿੰਨੀ ਮਹਿਮਾ ਗੁਰੂ ਘਰ ਦੇ ਵਿੱਚ। ਜੋ ਵੀ ਗੁਰੂ ਘਰ 'ਚ ਕੰਮ ਆਰੰਭ ਹੁੰਦਾ, ਬਾਬਾ ਬੁੱਢਾ ਜੀ ਤੋਂ ਪਹਿਲ ਕਰਵਾਈ ਜਾਂਦੀ ਆ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਜਿਸ ਵੀ ਕੰਮ ਦੀ ਆਰੰਭਤਾ ਹੁੰਦੀ ਆ, ਉਹ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਜੋਦੜੀ ਕਰਕੇ ਨਾ, ਬੇਨਤੀ ਕਰਕੇ ਬਾਬਾ ਬੁੱਢਾ ਜੀ ਤੋਂ ਕਰਵਾਈ ਜਾਂਦੀ ਹੈ। ਪਰ ਆਉਣ ਵਾਲੇ ਵਕਤ ਵਿੱਚ ਬਾਬਾ ਬੁੱਢਾ ਜੀ ਦੀ ਅੰਸ਼ ਬਾਬਾ ਗੁਰਦਿੱਤਾ ਜੀ, ਇਹ ਗੁਰੂ ਸਾਹਿਬ ਦੇ ਨਾਲ ਨੇ। ਆਉਣ ਵਾਲੇ ਟਾਈਮ ਦੇ ਵਿੱਚ ਗੁਰਦਿੱਤਾ ਜੀ ਦਾ ਪੁੱਤ ਬਾਬਾ ਭਾਨਾ ਜੀ, ਉਹ ਨਾਲ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਦੋਂ ਵੀ ਪਹਿਲ ਦਿੱਤੀ ਜਾਂਦੀ ਹੈ ਕੰਮ 'ਚ, ਤੇ ਬਾਬਾ ਗੁਰਦਿੱਤਾ ਜੀ ਜਾਂ ਬਾਬਾ ਭਾਨਾ ਜੀ ਵਰਗਿਆਂ ਨੂੰ ਪਹਿਲ ਦਿੱਤੀ ਜਾਂਦੀ ਆ। ਤੁਸੀਂ ਸਾਡੇ ਘਰ ਦੇ ਵਿੱਚ ਨਾ ਬੜੇ ਪਿਆਰੇ ਗੁਰਸਿੱਖੋਂ, ਤੁਸੀਂ ਪਹਿਲਾਂ ਸਭ ਤੋਂ ਕੰਮ ਆਰੰਭ ਕਰਿਆ ਕਰੋ, ਫਿਰ ਅਸੀਂ ਉਹ ਕੰਮ ਨੂੰ ਅੱਗੇ ਚਲਾਵਾਂਗੇ। ਇਥੋਂ ਸਿੱਧ ਹੁੰਦਾ ਵੀ ਗੁਰੂ ਬਾਣੀ ਪੜ੍ਹਨ ਵਾਲੇ ਪਰਿਵਾਰਾਂ ਦਾ ਕਿੰਨਾ ਸਤਿਕਾਰ ਕਰਦਾ ਗਾ। ਅੱਜ ਤਾਂ ਮਾਫ ਕਰਨਾ ਵੀ ਸਾਡਾ ਜਿਹੜਾ ਜੀਵਨ ਆ ਉਹ ਬਾਣੀ ਪੜ੍ਹਨ ਵਾਲਾ ਨਹੀਂ ਰਿਹਾ। ਬਸ ਬੇਨਤੀ ਆ ਵੀ ਜ਼ਰੂਰ ਆਪਾਂ ਬਾਣੀ ਪੜ੍ਹੀਏ। ਇੱਕ ਪੜ੍ਹਨੀ ਹੁੰਦੀ ਆ, ਇੱਕ ਜੀਵਨ 'ਚ ਕਮਾਉਣੀ ਹੁੰਦੀ ਆ। ਬਾਣੀ ਨੂੰ ਪੜ੍ਹ ਕੇ ਆਪਾਂ ਜੀਵਨ 'ਚ ਕਮਾਈਏ, ਬਾਬਾ ਬੁੱਢਾ ਜੀ ਵਰਗਾ ਸੁਭਾਅ ਬਣਾ ਲਈਏ। ਪਰ ਚੇਤਾ ਰੱਖਿਓ, ਬਾਬਾ ਬੁੱਢਾ ਜੀ ਵਰਗਾ ਸੁਭਾਅ ਬਣਾ ਲੈਣਾ, ਸਾਡੇ ਪੁੱਤ ਪੋਤੇ ਪੜੋਤਿਆਂ ਦੀ ਬਾਂਹ ਵੀ ਬਾਬਾ ਨਾਨਕ ਫੜ ਲੂਗਾ, ਤੇ ਸਾਨੂੰ ਦੂਰ ਨਹੀਂ ਕਰਨਾ ਇਹਨੇ, ਐਸੀ ਬਖਸ਼ਿਸ਼ ਕਰਨੀ ਆ। ਚਲੋ, ਕਹਿਣ ਤੋਂ ਭਾਵ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦੀ ਜਿਹੜੀ ਨੀਂਹ ਆ, ਉਹ ਸਾਰੀ ਆਪਣੇ ਵੱਲੋਂ ਕਰਵਾਈ। ਹੁਣ ਇਹਦਾ ਆਨੰਦਪੁਰ ਸਾਹਿਬ ਦਾ ਥੋੜਾ ਜਿਹਾ ਪਿਛੋਕੜ ਆ। ਜਿਹੜੀ ਇਹ ਧਰਤੀ ਆ, ਇਹ ਥੋੜੀ ਜੀ ਸਿਆਸਤ ਦੇ ਅਧੀਨ ਗੁਰੂ ਸਾਹਿਬ ਨੂੰ ਦਿੱਤੀ ਗਈ ਆ। ਚੰਪਾ ਰਾਣੀ ਨੂੰ ਡਰ ਕਿਉਂ ਲੱਗਦਾ? ਪਤੀ ਚੜ੍ਹਾਈ ਕਰ ਗਿਆ ਨਾ, ਡਰ ਹੁੰਦਾ ਹੀ ਆ। ਹੁਣ ਡਰ ਕਿਉਂ ਲੱਗਦਾ? ਕਿਉਂਕਿ ਇੱਥੇ ਇੱਕ ਮਾਖਾ ਖਾਨ ਤੇ ਖਾਟਾ ਖਾਨ, ਜਿਹਨੂੰ ਇਹ ਧਰਤੀ ਨੂੰ ਕਹਿੰਦਾ ਮਾਖੋਵਾਲ ਦੀ ਧਰਤੀ, ਮਾਖੋ ਵੀ ਉਹ ਵੀਰ ਨੂੰ ਕਿਹਾ ਜਾਂਦਾ। ਉਹ ਇੱਕ ਬਦਮਾਸ਼ ਬੰਦਾ ਸੀ, ਜਿਹਨੂੰ ਕਿਹਾ ਜਾਂਦਾ ਮਾਖੋਵਾਲ ਦਾ ਦਿਓ, ਜਾਂ ਪ੍ਰੇਤ ਆਦਿਕ, ਜਿੰਨ ਆਦਿਕ, ਅਜਿਹੀਆਂ ਗੱਲਾਂ ਦੇ ਨਾਲ ਸਾਡੇ ਸਮਾਜ ਵਿੱਚੋਂ ਕਹਾਣੀਆਂ ਪ੍ਰਚਲਿਤ ਨੇ ਵੀ ਇੱਥੇ ਇੱਕ ਬਹੁਤ ਵੱਡਾ ਦਿਓ ਰਹਿੰਦਾ ਸੀ। ਤੇ ਦਿਓ ਵਾਲੀ ਧਰਤੀ ਹੈ ਜਿਹੜੀ ਉਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਖਰੀਦੀ, ਜਿੱਥੇ ਦਿਓ ਰਹਿੰਦਾ ਸੀ। ਪਰ ਅਸਲ ਦੇ ਵਿੱਚ ਦਿਓ ਨਾਂ ਦੀ ਕੋਈ ਚੀਜ਼ ਨਹੀਂ ਹੈ, ਗੁਰਬਾਣੀ ਨਹੀਂ ਮੰਨਦੀ। ਭੂਤ ਪ੍ਰੇਤ ਜਿੰਨ ਦਿਓ ਇਦਾਂ ਕੁਛ ਨਹੀਂ ਹੁੰਦਾ। ਹਾਂ, ਹੁੰਦਾ ਕੀ ਹੁੰਦਾ, ਲੋਕ ਹੀ ਜਿੰਨ ਦੇਵਤੇ ਹੁੰਦੇ ਨੇ, ਲੋਕ ਹੀ ਜਿੰਨ ਹੁੰਦੇ ਨੇ, ਲੋਕ ਹੀ ਭੂਤ ਹੁੰਦੇ ਨੇ, ਲੋਕ ਹੀ ਪ੍ਰੇਤ ਹੁੰਦੇ ਨੇ। ਸੁਧਰ ਜਾਣ, ਲੋਕ ਹੀ ਦੇਵਤੇ ਬਣ ਜਾਂਦੇ ਨੇ। ਕਬੀਰ ਸਾਹਿਬ ਨੇ ਲਿਖਿਆ ਵੀ ਨੇ, ਕਬੀਰ ਜਹ ਕਰ ਸਾਧਨਾ ਸੇਵੀਏ ਹਰ ਕੀ ਸੇਵਾ ਨਾਹੀ, ਤੇ ਘਰ ਮਰ ਹਟ ਸਾਰਖੇ ਭੂਤ ਵਸੇ ਤਿੰਨ ਮਾਹੇ। ਹੁਣ ਜਿੰਨਾ ਘਰਾਂ ਦੇ ਵਿੱਚ ਸ਼ਰਾਬਾਂ ਕਬਾਬਾਂ ਚੱਲਦੀਆਂ ਨੇ, ਲੜਾਈਆਂ ਹੁੰਦੀਆਂ ਨੇ, ਉਦੋਂ ਵੱਡਾ ਭੂਤ ਕਿਤੇ ਵੀ ਨਹੀਂਗਾ। ਉੱਥੇ ਭੂਤ ਨੇ, ਉਹ ਖੁਦ ਹੀ ਬੰਦੇ ਪਰਿਵਾਰ ਦੇ ਮੈਂਬਰ ਭੂਤ ਭੂਤੜੀਆਂ ਨੇ। ਪਰ ਜਿਹੜੇ ਭੂਤ ਪ੍ਰੇਤ ਤਾਂ ਪੁੱਛਾਂ ਵਾਲੇ ਬਣਾਉਂਦੇ ਨੇ, ਇਹ ਹੈ ਹੀ ਨਹੀਂ। ਇਹ ਗੁਰਬਾਣੀ ਤੇ ਵਿਸ਼ਵਾਸ ਕਰੋ, ਨਾ ਕਿਸੇ ਨੂੰ ਦਿਸਿਆ, ਨਾ ਦਿਸੇ, ਨਾ ਹੈਗਾ, ਨਾ ਹੋਵੇ। ਇਹ 100% 101% ਗੁਰੂ ਗਰੰਟੀ ਦਿੰਦਾ ਗਾ, 100 ਤੋਂ ਵੀ ਵੱਧ ਕੇ। ਹੁਣ ਜਿਹੜੀ ਉੱਥੇ ਗੱਲ ਦਿਓ ਦੀ ਹੈਗੀ, ਇਹ ਬੰਦੇ ਸੀ ਜਿਹੜੇ ਖਤਰਨਾਕ ਸੀ। ਇਹ ਇਉਂ ਕਹਿ ਲਓ ਬੈਲੀ ਏਬੀ ਸੀ ਇਹ, ਵੀ ਕਿਸੇ ਤੋਂ ਡਰਦੇ ਨਹੀਂ ਸੀ, ਹਰੇਕ ਤੇ ਆਪਣਾ ਦਬਦਬਾ ਪਾਉਂਦੇ ਸੀਗੇ। ਤੇ ਜਦੋਂ ਇਹ ਧਰਤੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕਬਜ਼ੇ 'ਚ ਹੋ ਗਈ, ਇਉਂ ਕਹਿ ਲਓ ਮੁੱਲ ਖਰੀਦ ਲਈ, ਤਾਂ ਉਸ ਟਾਈਮ ਤੇ ਇਹ ਛੱਡ ਕੇ ਇੱਥੋਂ ਚਲੇ ਗਏ। ਇਹਨਾਂ ਨੇ ਸੋਚਿਆ ਵੀ ਹੁਣ ਆਪਾਂ ਹਰ ਇੱਕ ਨਾਲ ਤਾਂ ਬੈਰ ਪਾਇਆ, ਇਹ ਤਾਂ ਰੱਬ ਦਾ ਪਿਆਰਾ ਨਾ, ਰੱਬ ਦੇ ਪਿਆਰਾ ਨਾਲ ਕਾਹਦਾ ਬੈਰ ਪਾਉਣਾਗਾ, ਚਲੇ ਗਏ। ਤੇ ਹੁਣ ਇਸ ਧਰਤੀ ਨੂੰ ਗੁਰੂ ਸਾਹਿਬ ਨੇ ਆਪ ਸੰਪੂਰਨ ਕਰਵਾਇਆ, ਆਨੰਦਪੁਰ ਸਾਹਿਬ ਦੀ ਉਸਾਰੀ ਕਰਵਾਈ। ਇਸ ਧਰਤੀ ਦਾ ਨਾਮ ਪਹਿਲਾਂ ਮਾਖੋਵਾਲ ਸੀ। ਮਾਖਾ ਤੇ ਖਾਟਾ ਦੋ ਵੀਰ ਸੀ, ਇੱਥੋਂ ਦੇ ਰਹਿਣ ਵਾਲੇ ਬਦਮਾਸ਼, ਉਹਨਾਂ ਦੇ ਨਾਮ ਤੇ ਜੁੜੀ ਹੋਈ ਅੱਲ ਪੈਂਦੀ ਸੀ ਮਾਖੋਵਾਲ। ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਸ ਧਰਤੀ ਦਾ ਨਾਮ ਰੱਖਿਆ ਚੱਕ ਨਾਨਕੀ। ਆਪਣੀ ਮਾਂ ਦੇ ਨਾਂ ਤੇ ਗੁਰੂ ਸਾਹਿਬ ਨੇ ਇਹ ਪਿੰਡ ਵਸਵਾਇਆ।
ਉਹ ਇਤਿਹਾਸਵਾਦ ਚ ਆਵੇਗਾ। ਗੁਰੂ ਕਿਰਪਾ ਕਰੇ ਜੇ ਆਪਾਂ ਪੜ੍ਹਿਆ ਤਾਂ ਜਦੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪੁੱਤ 7 ਸਾਲ ਦੀ ਉਮਰ ਵਿੱਚ ਇੱਥੇ ਪਹਿਲਾਂ ਆਉਂਦਾ, ਸਭ ਤੋਂ ਪਹਿਲਾਂ ਪੈਰ ਪਾਇਆ, ਤੇ ਉਦੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣੇ ਪੁੱਤ ਤੇ ਪੇਪਰ ਪਾਇਆ ਸੀ ਆਉਂਦੇ ਤੇ, ਪਹਿਲਾਂ ਬਾਣੀ ਸੁਣਾ ਫਿਰ ਅੰਦਰ ਵੜਨ ਦੇਵਾਂਗਾ ਮੈਂ। ਬਾਣੀ ਕੰਠ ਹੋਈ ਆ ਕਿ ਨਹੀਂ ਹੋਏਗੀ, ਪਹਿਲਾਂ ਬਾਣੀ ਸੁਣਾ, ਤੇਰੇ ਕੋਈ ਯਾਦ ਆ ਸ਼ਬਦ ਸੁਣਾ ਕੋਈ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹੜਾ ਸ਼ਬਦ ਪੜ੍ਹਿਆ ਸੀਗਾ, ਜੋ ਆਨੰਦ ਸਾਹਿਬ ਦੀ ਪਾਵਨ ਬਾਣੀ ਹੈ ਨਾ, ਤੀਜੇ ਪਾਤਸ਼ਾਹ ਦੀ ਪਾਵਨ ਬਾਣੀ ਦੀ ਪਹਿਲੀ ਪੌੜੀ ਪੜ੍ਹੀ ਸੀ, ਤੇ ਗੁਰੂ ਸਾਹਿਬ ਨੇ ਗਲਵੱਕੜੀ ਵਿੱਚ ਲੈ ਲਿਆ ਸੀਗਾ। ਸ਼ਬਦ ਕੀ ਉਚਾਰਨ ਕੀਤਾ ਸੀ, ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ। ਸ਼ਬਦ ਬੜਾ ਪਿਆਰਾ ਪੜਿਆਗਾ। ਇੱਥੇ ਆਉਣ ਨਾਲ ਮੈਨੂੰ ਆਨੰਦ ਵੀ ਮਿਲ ਗਿਆ, ਇੱਥੇ ਆਉਣ ਦੇ ਨਾਲ ਮੈਨੂੰ ਗੁਰੂ ਵੀ ਮਿਲ ਗਿਆ, ਇੱਥੇ ਆਉਣ ਦੇ ਨਾਲ ਮੈਨੂੰ ਪਿਓ ਵੀ ਮਿਲ ਗਿਆ। ਇੱਕ ਗੱਲ ਇੱਥੇ ਹੋਰ ਨੋਟ ਕਰਿਓ, ਆਨੰਦਪੁਰ ਸਾਹਿਬ ਦੀ ਧਰਤੀ ਸਾਨੂੰ 2 ਚੀਜ਼ਾਂ ਦਿੰਦੀ ਆ। ਦੁਨੀਆ ਦੇ ਵਿੱਚ ਕਿਤੇ ਮਰਜ਼ੀ ਜਾਵੋ, ਦੁਨੀਆ ਦੇ ਵਿੱਚ ਕਿਤੇ ਮਰਜ਼ੀ ਜਾਵੋ, ਪੂਰੇ ਵਰਲਡ ਦੇ ਵਿੱਚ, ਪਰ ਚੇਤਾ ਰੱਖਿਓ ਦੁਨੀਆ ਦੇ ਜਿੰਨੇ ਧਾਰਮਿਕ ਸਥਾਨ ਨੇ ਆਪਣੀ ਮਨੌਤ ਮੁਤਾਬਕ, ਗੁਰੂ ਨਹੀਂ ਕਹਿੰਦਾ, ਆਪਣੀ ਮਨੌਤ ਮੁਤਾਬਕ ਮੰਨ ਲਓ ਉੱਥੋਂ ਕੁਝ ਮਿਲ ਸਕਦਾ। ਆਪਣੀ ਮਨੌਤ ਮੁਤਾਬਕ ਉੱਥੋਂ ਰੋਟੀ ਪ੍ਰਸ਼ਾਦਾ, ਲੀੜਾ ਕੱਪੜਾ, ਸੋਨਾ ਚਾਂਦੀ ਆਦਿਕ ਮਿਲ ਸਕਦਾਗਾ, ਪਰ ਕਿਤੋਂ ਵੀ ਸਾਨੂੰ ਦੁਨੀਆ ਦੇ ਕਿਸੇ ਮੰਦਿਰ ਚੋਂ, ਕਿਸੇ ਮਸਜਿਦ ਚੋਂ, ਕਿਸੇ ਹੋਰ ਧਾਰਮਿਕ ਥਾਂ ਤੋਂ ਪਿਓ ਦੀ ਦਾਤ ਨਹੀਂ ਮਿਲਦੀਗੀ। ਪਰ ਇਸ ਗੱਲ ਨੂੰ ਥੋੜਾ ਜਿਹਾ ਵਿਚਾਰ ਕੇ ਵੇਖਿਓ, ਆਨੰਦਪੁਰ ਸਾਹਿਬ ਦੀ ਧਰਤੀ ਸਾਨੂੰ ਨਾ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਪਾਵਨ ਸ਼ਬਦ ਵਿੱਚ ਜ਼ਿਕਰ ਕੀਤਾ ਨਾ, ਇੱਥੇ ਆ ਕੇ ਮੈਨੂੰ ਬਾਪ ਵੀ ਮਿਲ ਗਿਆ ਤੇ ਮੈਨੂੰ ਮਾਂ ਵੀ ਮਿਲ ਗਈ। ਤੇ ਚੇਤਾ ਰੱਖਿਓ ਦੁਨੀਆ ਦੇ ਕਿਸੇ ਵੀ ਧਾਰਮਿਕ ਥਾਂ ਤੋਂ ਮਾਂ ਤੇ ਪਿਓ ਦੀ ਦਾਤ ਨਹੀਂ ਮਿਲਦੀ, ਪਰ ਆਨੰਦਪੁਰ ਸਾਹਿਬ ਦੀ ਧਰਤੀ ਨਾ ਅੱਜ ਜਾ ਵੜੋ ਉੱਥੇ, ਤੇ ਅੱਜ ਵੀ ਸਾਨੂੰ ਪਿਓ ਤੇ ਮਾਂ ਦੀ ਦਾਤ ਉੱਥੋਂ ਮਿਲਦੀ ਆ। ਜਦੋਂ ਖੰਡੇ ਕੀ ਪਹੁਲ ਲੈਂਦੇ ਆ ਨਾ ਆਪਾਂ, ਉਦੋਂ ਕਿਹਾ ਜਾਂਦਾ ਅੱਜ ਤੋਂ ਬਾਅਦ ਤੁਹਾਡੀ ਮਾਂ ਮਾਤਾ ਸਾਹਿਬ ਕੌਰ, ਬਾਪ ਤੁਹਾਡਾ ਗੁਰੂ ਗੋਬਿੰਦ ਸਿੰਘ ਮਹਾਰਾਜ। ਦੁਨਿਆਵੀ ਮਾਂ ਬਾਪ ਨਾਲੋਂ ਸਾਡਾ ਪਾਸਾ ਕਰਵਾਇਆ ਜਾਂਦਾ, ਅਸਲੀ ਮਾਂ ਬਾਪ ਤੁਹਾਡੇ ਆ ਨੇ। ਵਿਸ਼ਵ ਯੁੱਧ ਵਿੱਚ ਨਾ ਕਹਿੰਦੇ ਜਦੋਂ ਅੰਗਰੇਜ਼ਾਂ ਨੇ ਸਿੱਖਾਂ ਨੂੰ ਫੜਿਆ ਤੇ ਉਹ ਬਾਰ-ਬਾਰ ਪੁੱਛਦੇ ਨੇ, ਫੜਨ ਤੇ ਬਾਅਦ ਇਨਕੁਆਇਰੀ ਹੁੰਦੀ ਹੈ ਨਾ, ਤੁਹਾਡਾ ਐਡਰੈਸ ਲਿਖਵਾਓ, ਤੁਹਾਡਾ ਨਾਮ ਕੀ ਆ, ਫਲਾਨਾ ਸਿੰਘ ਆ, ਤੁਹਾਡੇ ਪਿਤਾ ਦਾ ਨਾਮ ਗੋਬਿੰਦ ਸਿੰਘ ਆ। ਦੂਜੇ ਨੂੰ ਪੁੱਛਿਆ ਨਾਮ ਤੇਰਾ, ਫਲਾਨਾ ਸਿੰਘ, ਪਿਤਾ ਦਾ ਨਾਮ ਗੋਬਿੰਦ ਸਿੰਘ। ਅੰਗਰੇਜ਼ ਉਹਨਾਂ ਨੂੰ ਕੁੱਟਦੇ ਨੇ, ਮਾਰਦੇ ਨੇ, ਤੁਸੀਂ ਗਲਤ ਬੋਲਦੇ ਹੋ, ਤੁਹਾਡਾ ਸਾਰਿਆਂ ਦਾ ਇੱਕ ਪਿਓ ਕਿਵੇਂ ਹੋ ਸਕਦਾ? ਕਤਾਰ ਤੁਹਾਡੀ ਬਹੁਤ ਲੰਬੀ ਆ, 2 4 5 ਦੇ ਬਾਪ ਦਾ ਨਾਮ ਰਲ ਸਕਦਾ, ਤੇ ਤੁਹਾਡਾ ਇੱਕ ਪਿੰਡ ਇੱਕ ਬਾਪ, ਇਹ ਕਿਵੇਂ ਹੋ ਸਕਦਾ? ਇਹ ਨਹੀਂ ਹੋਵੇਗਾ। ਮਾਂ ਦਾ ਨਾਮ ਲਿਖਾਓ ਮਾਤਾ ਸਾਹਿਬ ਕੌਰ, ਪਿੰਡ ਤੁਹਾਡਾ ਕਿਹੜਾ? ਆਨੰਦਪੁਰ ਸਾਹਿਬ। ਉਹ ਫਿਰ ਉਹਨੂੰ ਮੁੱਦੇ ਪਾ ਲੈਂਦੇ ਨੇ ਵੀ ਚਲੋ ਪਾਓ, ਗਲਤ ਐਡਰੈਸ ਲਿਖਵਾਉਂਦੇ ਨੇ। ਉਹ ਕਹਿੰਦੇ ਸੀ ਹਾਂ ਹੀ ਆਨੰਦਪੁਰ ਦੇ ਵਾਸੀ, ਸਾਡੀ ਮਾਂ ਸਾਹਿਬ ਕੌਰ ਆ, ਪਿਓ ਸਾਡਾ ਗੋਬਿੰਦ ਸਿੰਘ ਆ। ਤੇ ਚੇਤਾ ਰੱਖਿਓ ਗੁਰੂ ਦੇ ਪਿਆਰਿਓ, ਸਾਨੂੰ ਅੱਜ ਵੀ ਪੂਰੀ ਵਰਲਡ ਦੇ ਵਿੱਚੋਂ, ਦੁਨੀਆ ਦੇ ਵਿੱਚੋਂ ਕੇਵਲ ਆਨੰਦਪੁਰ ਸਾਹਿਬ ਦੀ ਧਰਤੀ ਇੱਕ ਮਾਂ ਦੀ ਤੇ ਇੱਕ ਪਿਓ ਦੀ ਦਾਤ ਉੱਥੋਂ ਮਿਲਦੀ ਆ। ਤੇ ਇਹ ਗੱਲ ਸੱਚੀ ਆ। ਹੁਣ ਇਹਨੂੰ ਪਿੱਛੇ ਲਿਆਓ, ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾ ਸਰੀਰਕ ਮਾਂ ਗੀ ਤੇ ਨਾ ਹੀ ਸਰੀਰਕ ਪਿਓ ਆ, ਹੈ ਨਹੀਂ ਨਾ। ਸੋਚ ਕੇ ਦੇਖੋ, ਇਤਿਹਾਸ ਅਗਲੇ ਨੂੰ ਪਿਛਲੇ ਨਾਲ ਮਿਲਾ ਕੇ ਵੇਖੋ, ਨਾ ਹੀ ਸਰੀਰਕ ਪਿਓ ਆ ਨਾ ਹੀ ਸਰੀਰਕ ਮਾਂ, ਤੇ ਹੁਣ ਮਾਂ ਤੇ ਪਿਓ ਕਿੱਥੋਂ ਮਿਲੇ ਨੇ? ਗੋਬਿੰਦਵਾਲ ਸਾਹਿਬ ਦੀ ਧਰਤੀ ਤੋਂ ਮਿਲੇ ਨੇ। ਸੋਚ ਕੇ ਦੇਖੋ, ਮਿਲਦੇ ਆ ਨਾ ਗੁਰੂ ਨਾਨਕ ਦੇ ਘਰ ਚੋਂ। ਗੁਰੂ ਨਾਨਕ ਦੇ ਘਰ ਚੋਂ ਜੋ ਟਾਈਮ ਹੀ ਨਹੀਂ ਕਿਹਾ ਵੀ ਜੋ ਮੰਗਿਆ ਠਾਕੁਰ ਆਪਣੇ, ਤੇ ਮਾਂ ਤੇ ਪਿਓ ਇਹ ਸਭ ਤੋਂ ਵੱਡੀ ਦਾਤ ਆ, ਤੇ ਇਹ ਸਾਨੂੰ ਗੁਰੂ ਦੇ ਘਰ ਚੋਂ ਮਿਲਦੇ ਨੇ। ਫਿਰ ਉੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ, ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ। ਇੱਥੇ ਮੈਨੂੰ ਗੁਰੂ ਵੀ ਮਿਲ ਗਿਆ, ਮੈਨੂੰ ਪਿਓ ਵੀ ਮਿਲ ਗਿਆ, ਮੈਨੂੰ ਮਾਂ ਵੀ ਮਿਲ ਗਈ, ਮੈਨੂੰ ਆਨੰਦ ਵੀ ਮਿਲ ਗਿਆ। ਫਿਰ ਜਦੋਂ ਪਹਿਲਾ ਵਚਨ ਕਿਹਾ ਨਾ, ਆਨੰਦ ਭਇਆ ਮੇਰੀ ਮਾਏ, ਹੇ ਮੇਰੀ ਰੱਬ ਰੂਪੀ ਮਾਂ, ਇੱਥੇ ਆਨੰਦ ਮਿਲ ਗਿਆ ਮੈਨੂੰ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਚੱਕ ਨਾਨਕੀ ਨਾਮ ਕੱਟ ਕੇ ਇਸ ਸ਼ਹਿਰ ਦਾ ਨਾਮ ਆਨੰਦਪੁਰ ਸਾਹਿਬ ਰੱਖ ਦਿੱਤਾ ਸੀ। ਮਤਲਬ ਪਹਿਲਾ ਨਾਮ ਮਾਖੋਵਾਲ, ਦੂਸਰਾ ਨਾਮ ਚੱਕ ਨਾਨਕੀ, ਤੀਸਰਾ ਨਾਮ ਆਨੰਦਪੁਰ ਸਾਹਿਬ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 7 ਸਾਲ ਦੀ ਉਮਰ ਵਿੱਚ ਇਹ ਨਾਮ ਉਚਾਰਨ ਕੀਤਾ ਸੀ, ਤਾਈਓ ਆਨੰਦਪੁਰ ਸਾਹਿਬ ਰੱਖ ਦਿੱਤਾ। ਤੇ ਅੱਗੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ, ਹੁਣ ਆਪਾਂ ਨੂੰ ਪਤਾ ਵੀ ਆਨੰਦਪੁਰ ਸਾਹਿਬ ਦੀ ਉਸਾਰੀ ਕਰਵਾ ਕੇ ਤੇ ਉਸ ਤੋਂ ਬਾਅਦ
सच का जिहड़ा प्रचार हैगा वो करन दे लई इत्थों तुरदे ने। धन गुरु तेग बहादुर महाराज जी ने जो आनंदपुर साहिब की उसारी करवा दी ना, उस तो बाद मालवे का रटन, मालवे का जिहड़ा प्रचारक दौरा गा वो आरंभ कर लिया। जिहड़ा मालवे का दौरा गा वैसे उहदे बारे आपां नूं पता, बहुता विस्तार दे विच जाण दी आपां नूं जरूरत नहीं है। मालवे के दौरे विच सारे पिंड आउंदे नेगे, सारे पिंड आउंदे ना, जिवें कि आपां मोटे मोटे गिण लो, हंडियाए तो बाद भीखी दे एरिए च, समाओ दे एरिए च, फिर अपने उरां नूं मौड़ मंडी, मैसरखाना, दमदमा साहिब जाके गुरु साहब फिर टिकदे ने। इत्थे गुरु साहब दमदमा साहिब की धरती ते फिर टिकदे ने। फिर हरियाणे वाल नूं अगे निकल जांदे ने, तमधान साहब इधरों चल जांदे नेगे, रोहतक, इधर सारे मतलब कि एरिए दे विच गुरु साहब जी जांदे होए फिर आपां नूं पता सच दा प्रचार करदे, लोकां नूं जगाउंदे ने। तां उस टाइम ते जिहड़ी औरंगजेब दी विरती आ, इह ईरखालू विरती आ, ये मतलब कि जैलसी करने वाली विरती आ, देख के सड़न वाली विरती आ। मैं किवें कंट्रोल विच करां, किवें मतलब कि मैं अपने कब्जे विच करां। फिर धन गुरु तेग बहादुर महाराज जी का विरोध करना भी शुरू किया, विरोध करना भी शुरू किया ना। फिर वो विरोध के तहत सतगुरु गुरु तेग बहादुर महाराज जी दीआं गिरफ्तारियां होंदियां ने। धन गुरु तेग बहादुर महाराज जी प्रचार करते करते वांगर आदक कुरुक्षेत्र के एरिए में चले जाते हैं। कुरुक्षेत्र की धरती है जिहड़ी ना, उहदे ते 2 गुरु साहिबान नहीं गए गे ते 8 गुरु साहिबानां दे चरण कह लो उत्थे पए हुए ने। एक तां धन गुरु अमरदास महाराज ते एक धन गुरु अर्जन साहिब महाराज, ते 8 गुरु साहिबानां दा मन्निया जांदा भी उस थां ते निवास होयागा। ते धन गुरु तेग बहादुर महाराज जी फिर गुरु नानक साहिब जी वांग जिहड़ा प्रचारक दौरा गा आरंभ किया होया। सतगुरु गुरु तेग बहादुर महाराज जी वक्खो वक्खरे पिंडां दे विच जांदे नेगे, ते जिहड़ियां पिंडां दीयां कहानियां ने वो तुसीं बहुत वारी सुणीआं ने। किस पिंड दे विच जाके की कीता, किस पिंड दे विच जाके की कीता, उहदे बारे तुसीं जाणो। जिवें तपे कोल ढिलवांगा, हंडियाया गा, इधर सारे पिंडां विचों दी लंघदे होए खीवा, भीखी, भोपाल आदि किन्हां पिंडां दे विचों दी विचरदे होए सतगुरु सच्चे पातशाह ने अपना टिकाणा करदिआं करदिआं दमदमा साहिब तो बाद हरियाणे वाली साइड वो जा निकलदे नेगे। फिर उस तो बाद गुरु तेग बहादुर महाराज की जिहड़ी गिरफ्तारियां ने, जां गुरु साहब जी का जिहड़ा अगला मनोरथ आ वो गुरु किरपा करे। आप आने वाले वक्त में विचारांगे। अज की विचार इत्थों तक ही समाप्त है। जो आप अगे विचार कर देंगे तो फिर अगली विचार नूं लंबा ले जाना पवेगा, फिर टाइम है जो काफ़ी लग जाता। सो इत्थों तक अज की समाप्ति है। बोलदे तो बड़ियां भुलां रह जांदियां ने संगत ते गुरु साहब बख्शण जोग ने। सब का धन्नवाद जी। वाहिगुरू जी का खालसा, वाहिगुरू जी की फतेह। राम कली महला तीजा। नांदे को ओंकार सतगुर प्रसाद। आनंद भया मेरी माए पाया, सतगुर ता पाया सह सेती। मन वजियां वधाइयां, राग रतन परवार परियां। शब्दो गावण आईयां, शब्दो तां गावो हरि केरा। मन जिनी बसाया, कह नानक आनंद होआ, सतगुरु मैं पाया।